ਸੋ ਭਰਪੁਰ ਲੀਲਾ। ਧੰਨ ਗੁਰੂ ਨਾਨਕ ਦੇਵ ਜੀ ਦਾ ਪਾਵਨ ਪਵਿੱਤਰ ਸ਼ਬਦ 9 ਪੌੜੀਆਂ ਦਾ ਹੈ ਤੇ ਹਰ ਇੱਕ ਪੌੜੀ ਦੇ ਵਿੱਚ ਗੁਰੂ ਮਹਾਰਾਜ ਜੀ ਨੇ ਇੱਕ ਨਵੇਂ ਢੰਗ ਜੁਗਤੀ ਤਰੀਕੇ ਦੇ ਨਾਲ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਹੈ। ਜਿਵੇਂ ਆਪਾਂ ਪਿੱਛੇ ਵਿਚਾਰਦੇ ਆਏ ਹਾਂ, ਅੱਜ ਦੀ ਇਸ ਪਾਵਨ ਪੌੜੀ ਦੇ ਅੰਦਰ ਸੇਵਾ ਦੀ ਮਹਾਨਤਾ ਗੁਰੂ ਮਹਾਰਾਜ ਜੀ ਦੱਸਦੇ ਨੇ। ਗੁਰੂ ਜੀ ਨੇ ਦੱਸਿਆ, ਸੇਵਕ ਸੇਵਾ ਤਾਂ ਕਰੇ, ਸੇਵਕ ਸੇਵਾ ਤਾਂ ਕਰੇ, ਸੱਚ ਸ਼ਬਦ ਪਤੀਨਾ। ਇਸ ਪੌੜੀ ਦੇ ਅੰਦਰ ਸੇਵਾ ਦੀ ਮਹੱਤਤਾ ਨੂੰ ਗੁਰੂ ਮਹਾਰਾਜ ਜੀ ਦੱਸਦੇ ਹੋਏ ਇਹ ਦੱਸ ਰਹੇ ਨੇ ਕਿ ਸੇਵਕ ਜਿਹੜਾ ਉਹ ਸੇਵਾ ਤਾਂ ਕਰਦਾ ਹੈ ਸੱਚ ਸ਼ਬਦ ਪਤੀਨਾ, ਜੇ ਉਸ ਦਾ ਮਨ ਸੱਚੇ ਸਤਿਗੁਰ ਦੇ ਸ਼ਬਦ ਦੇ ਨਾਲ ਗੁਰੂ ਦੇ ਵਿੱਚ ਯਕੀਨ ਵੱਜ ਗਿਆ। 2 ਸ਼ਬਦਾਂ ਦਾ ਇਹ ਇੱਕ ਸ਼ਬਦ ਬਣਿਆ, ਪਤੀ ਆਣਾ। ਪਤੀ ਕਹਿੰਦੇ ਨੇ ਮਾਲਕ ਨੂੰ, ਪਤੀ ਕਹਿੰਦੇ ਨੇ ਖਸਮ ਨੂੰ, ਪਤੀ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ, ਪਤੀ ਸਾਡਾ ਸੰਤ ਗੁਰੂ ਗ੍ਰੰਥ ਸਾਹਿਬ ਜੀ ਹੈ। ਆਣਾ ਆ ਗਿਆ ਭਾਵ ਜਿੰਦਾ ਮਨ ਆਪਣੇ ਮਾਲਕ ਤੇ ਆ ਗਿਆ ਨਾ ਸ਼ਬਦ ਦੇ ਨਾਲ, ਸਿੱਖਿਆ ਦੇ ਨਾਲ, ਉਹ ਸੇਵਕ ਹੈ ਤੇ ਉਹ ਸੇਵਾ ਕਰ ਸਕਦਾ, ਦੂਜਾ ਸੇਵਾ ਨਹੀਂ ਕਰ ਸਕਦਾ। ਪਹਿਲੋਂ ਆਪਾਂ ਦੂਸਰੀ ਤੁਕ ਦਾ ਅਰਥ ਕਰਾਂਗੇ, ਫਿਰ ਪਹਿਲੀ ਤੁਕ ਦਾ ਅਰਥ ਕਰਾਂਗੇ। ਇਹਨੂੰ ਕਹਿੰਦੇ ਨੇ ਅਨਵੀ ਕਰਕੇ ਅਰਥ ਕਰਨਾ। ਇੱਕ ਵਾਰੀ ਮੈਂ ਫਿਰ ਥੋੜ੍ਹਾ ਜਿਹਾ ਆਪ ਜੀ ਨੂੰ ਸੁਚੇਤ ਕਰਨ ਦਾ ਯਤਨ ਕਰਾਂ। ਸੇਵਕ ਸੇਵਾ ਤਾਂ ਕਰੇ। ਵੇਖੋ ਅਸੀਂ ਸਾਰੇ ਹੀ ਸੇਵਕ ਬਣਦੇ ਹਾਂ ਤੇ ਸਾਰੀ ਸੇਵਾ ਕਰਦੇ ਹਾਂ, ਤੇ ਗੁਰੂ ਜੀ ਨੇ ਇੱਥੇ ਸਾਨੂੰ ਦੱਸਿਆ ਤਾਂ ਕਰੇ, ਫਿਰ ਕਰੇਗਾ। ਤਾਂ ਦਾ ਅਰਥ ਹੁੰਦਾ ਫਿਰ, ਤਾਂ ਕਰੇ ਫਿਰ ਕਰੇ। ਸੱਚ ਸ਼ਬਦ ਪਤੀਨਾ, ਤੇ ਪਤੀਨਾ ਦਾ ਅਰਥ ਹੈ ਮਾਲਕ ਦੇ ਉੱਤੇ, ਆਪਣੇ ਸਾਹਿਬ ਦੇ ਉੱਤੇ ਮਨ ਦਾ ਆ ਜਾਣਾ, ਜਿੰਦੇ ਤੇ ਮਨ ਆ ਜਾਵੇ। ਧੰਨ ਗੁਰੂ ਅਮਰਦਾਸ ਜੀ ਦਾ ਪਾਵਨ ਸ਼ਬਦ ਗੁਰੂ ਮਹਾਰਾਜ ਜੀ ਨੇ ਬੜੀ ਸੁੰਦਰਤਾਈ ਦੇ ਨਾਲ ਗਿਆਨ ਬਖਸ਼ਿਸ਼ ਕੀਤਾ ਹੈ। ਸਤਿਗੁਰ ਕੀ ਸੇਵਾ ਸਫਲ ਹੈ। ਗੁਰੂ ਅਮਰਦਾਸ ਜੀ ਕਹਿੰਦੇ ਨੇ ਸੱਚੇ ਸਤਿਗੁਰ ਦੀ ਸੇਵਾ ਕੀਤੀ ਹੋਈ ਜਿਹੜੀ ਇਹਨਾਂ, ਇਹ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਇੱਥੇ ਵੀ ਗੁਰੂ ਜੀ ਨੇ ਦੱਸਿਆ ਸੇਵਾ ਤਾਂ ਸਫਲ ਹੋਏਗੀ ਜੇ ਅਸੀਂ ਚਿੱਤ ਲਾ ਕੇ ਕਰਾਂਗੇ। ਫਿਰ ਇਸ ਸੇਵਾ ਦੇ ਨਾਲ ਦਾਤਾਂ ਕਿਹੜੀਆਂ ਮਿਲਦੀਆਂ ਨੇ? ਜੋ ਅਸੀਂ ਚਿੱਤ ਲਾ ਕੇ ਕਰਦੇ। ਨਾਮ ਪਦਾਰਥ ਪਾਈਏ। ਸਾਡੀ ਸ਼ਿਕਾਇਤ ਹੈ ਨਾ, ਜਦੋਂ ਅਸੀਂ ਨਾਮ ਜਪਦੇ ਹਾਂ ਤੇ ਮਨ ਜਿਹੜਾ ਇਕਾਗਰ ਨਹੀਂ ਹੁੰਦਾ, ਮਨ ਟਿਕਦਾ ਨਹੀਂ, ਨਾਮ ਸਾਨੂੰ ਪਦਾਰਥ ਪ੍ਰਾਪਤ ਨਹੀਂ ਹੋ ਰਿਹਾ। ਤੇ ਗੁਰੂ ਜੀ ਕਹਿੰਦੇ ਨੇ ਨਾਮ ਪਦਾਰਥ ਪਾਈਏ, ਅਚਿੰਤ ਵਸੇ ਮਨ ਆਏ। ਇਹ ਅਚਨਚੇਤ ਹੀ ਮਨ ਦੇ ਵਿੱਚ ਆਣ ਕੇ ਵਸ ਜਾਣਾ ਹੈ। ਜੇ ਗੁਰੂ ਮਹਾਰਾਜ ਜੀ ਦੀ ਸੇਵਾ ਕੀਤੀ ਹੈ ਚਿੱਤ ਲਾ ਕੇ ਤੇ ਉਹ ਸਫਲ ਹੋ ਗਈ ਹੈ। ਸਤਿਗੁਰ ਕੀ ਸੇਵਾ ਸਫਲ ਹੈ। ਗੁਰੂ ਮਹਾਰਾਜ ਜੀ ਦੀ ਕੀਤੀ ਹੋਈ ਸੇਵਾ ਜਿਹੜੀ ਹੈ ਨਾ, ਇਹ ਸ੍ਰੇਸ਼ਟ ਫਲ ਦਿੰਦੀ ਹੈ। ਪਰ ਸ੍ਰੇਸ਼ਟ ਫਲ ਤਾਂ ਦਿੰਦੀ ਹੈ ਜੇ ਕੋ ਕਰੇ ਚਿੱਤ ਲਾਏ। ਜੇ ਕੋਈ ਚਿੱਤ ਲਾ ਕੇ ਕਰੇਗਾ, ਬਿਨਾਂ ਚਿੱਤ ਲਾ ਕੇ ਕਰੇ ਤਾਂ ਸੇਵਾ ਜਿਹੜੀ ਉਹ ਸ੍ਰੇਸ਼ਟ ਫਲ ਨਹੀਂ ਦੇਵੇਗੀ। ਹੁਣ ਸ੍ਰੇਸ਼ਟ ਫਲ ਕਿਹੜੇ ਨੇ? ਧੰਨ ਗੁਰੂ ਅਮਰਦਾਸ ਜੀ ਨੇ ਅੱਗੇ ਉਹ ਦੱਸੇ ਨੇ, ਨਾਮ ਪਦਾਰਥ ਪਾਈਏ। ਇੱਕ ਤਾਂ ਨਾਮ ਪਦਾਰਥ ਦੀ ਪ੍ਰਾਪਤੀ ਹੋ ਜਾਂਦੀ ਹੈ। ਕਿਵੇਂ ਪ੍ਰਾਪਤੀ ਹੁੰਦੀ ਹੈ? ਅਚਿੰਤ ਵਸੇ ਮਨ ਹੈ। ਅਚਨਚੇਤ ਮਨ ਦੇ ਵਿੱਚ ਨਾਮ ਨੇ ਵਸ ਜਾਣਾ ਹੈ। ਦੂਜਾ ਫਲ ਜਨਮ ਮਰਨ ਦੁੱਖ ਕੱਟੀਏ। ਜੰਮਣ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ। ਹਉਮੈ ਮਮਤਾ ਜਾਏ। ਨਾਮ ਸੇਵਾ ਕਰਨ ਦੇ ਨਾਲ ਨਾਮ ਦੀ ਪ੍ਰਾਪਤੀ ਹੁੰਦੀ ਹੈ। ਨਾਮ ਦੀ ਪ੍ਰਾਪਤੀ ਦੇ ਨਾਲ ਅੰਦਰੋਂ ਹਉਮੈ ਤੇ ਮਮਤਾ ਦਾ ਨਾਸ ਹੋ ਜਾਂਦਾ ਹੈ, ਜਿਹਦੇ ਨਾਲ ਜੰਮਣ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ। ਤੀਜੀ ਗੱਲ ਗੁਰੂ ਮਹਾਰਾਜ ਜੀ ਦੱਸਦੇ ਨੇ, ਉੱਤਮ ਪਦਵੀ ਪਾਈਏ ਸੱਚੇ ਰਹਿ ਸਮਾਏ। ਸਭ ਤੋਂ ਵੱਡੀ ਉੱਤਮ ਪਦਵੀ ਹੈ ਨਾ ਜਿਹੜੀ, ਉਸ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਸੱਚੇ ਸਤਿਗੁਰ ਦੇ ਬੈਕੁੰਠ ਨਗਰ ਦੇ ਵਿੱਚ ਜਾ ਕੇ ਸਮਾ ਜਾਈਦਾ ਹੈ। ਹੁਣ ਅੱਗੇ ਗੁਰੂ ਜੀ ਦੱਸਦੇ ਨੇ, ਨਾਨਕ ਪੂਰਬ ਜਿਨ ਕੋ ਲਿਖਿਆ। ਇਹ ਐਵੇਂ ਨਹੀਂ ਮਿਲੇਗੀ, ਇਹ ਐਵੇਂ ਨਹੀਂ ਮਿਲੇਗੀ। ਮਿਲੇਗੀ ਕਿਵੇਂ? ਪੁਰਬਲੇ ਕਰਮਾਂ ਦੇ ਨਾਲ। ਨਾਨਕ ਪੂਰਬ ਜਿਨ ਕੋ ਲਿਖਿਆ, ਤਿੰਨ ਸਤਿਗੁਰ ਮਿਲਿਆ, ਉਹਨਾਂ ਨੂੰ ਸੱਚੇ ਸਤਿਗੁਰ ਦੀ ਪ੍ਰਾਪਤੀ ਹੋਏਗੀ। ਤੇ ਫਿਰ ਜੀ ਗੁਰੂ ਦੀ ਪ੍ਰਾਪਤੀ ਹੋਏਗੀ ਤੇ ਫਿਰ ਹੀ ਉਹਦੀ ਸੇਵਾ ਕਰਾਂਗੇ ਨਾ। ਜੇ ਗੁਰੂ ਦੀ ਪ੍ਰਾਪਤੀ ਨਹੀਂ ਹੋਈ ਤੇ ਫਿਰ ਗੁਰੂ ਦੀ ਸੇਵਾ ਕੀ ਕਰਾਂਗੇ? ਤੇ ਗੁਰੂ ਦੀ ਜਿਹੜੀ ਪ੍ਰਾਪਤੀ ਹੈ ਇਹਦਾ ਸੰਯੋਗ ਬਣਦਾ ਪਿਛਲੇ ਕਰਮਾਂ ਦੇ ਨਾਲ।
ਹੁਣ ਕਈ ਵਾਰੀ ਪਿਛਲੇ ਕਰਮਾਂ ਦੇ ਨਾਲ ਸਾਨੂੰ ਗੁਰੂ ਦੀ ਪ੍ਰਾਪਤੀ ਹੋ ਗਈ ਹੈ, ਗੁਰੂ ਨੇ ਕਿਰਪਾ ਕੀਤੀ ਹੈ, ਪਿਛਲੇ ਚੰਗੇ ਕਰਮ ਨੇ, ਸਾਡਾ ਸਿੱਖ ਪਰਿਵਾਰ ਦੇ ਵਿੱਚ ਜਨਮ ਹੋ ਗਿਆ ਹੈ, ਤੇ ਸਿੱਖ ਪਰਿਵਾਰ ਦੇ ਵਿੱਚ ਜਨਮ ਲੈ ਕੇ ਵੀ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਨਹੀਂ ਲੱਗੇ ਹੋਏ। ਜੇ ਲੜ ਵੀ ਲੱਗੇ ਆ ਤੇ ਗੁਰੂ ਮਹਾਰਾਜ ਜੀ ਨੇ ਜੋ ਵਚਨ ਕੀਤੇ ਨੇ, ਜੇ ਕੋ ਕਰੇ ਚਿੱਤ ਲਾਏ, ਫਿਰ ਅਸੀਂ ਚਿੱਤ ਲਾ ਕੇ ਸੇਵਾ ਨਹੀਂ ਕਰਦੇ। ਇਸ ਦਾ ਮੈਂ ਖੁਲਾਸਾ ਕਰੀ ਦਿਆਂ। ਮੈਂ ਥੋੜਾ ਜਿਹਾ ਨਾ ਗੱਲ ਨੂੰ ਘੁੱਟ ਕੇ ਰੱਖਦਾ ਸੀ, ਪਰ ਨਹੀਂ, ਗੱਲ ਨਹੀਂ ਬਣਨੀ ਘੁੱਟ ਕੇ ਰੱਖਿਆ, ਮੈਂ ਦੱਸ ਹੀ ਦਿਆਂ। ਇੱਕ ਔਰਤ ਸੀ, ਨਾਮ ਮੈਂ ਨਹੀਂ ਲਵਾਂਗਾ, ਇਹ ਆਪਣੇ ਪਤੀ ਦੇ ਵਾਸਤੇ ਨਾ ਵੇਲੇ ਦੇ ਵਿੱਚ ਹਰ ਰੋਜ਼ ਕੁਝ ਛਕਣ ਛਕਾਉਣ ਨੂੰ ਲੈ ਕੇ ਜਾਇਆ ਕਰਦੀ ਸੀ। ਇਸ ਦਾ ਮਨ ਆਪਣੇ ਪਤੀ ਤੇ ਆਇਆ ਹੋਇਆ ਸੀ। ਪਤੀ ਆਏ, ਪਤੀ ਆਣਾ, ਇਹਨਾਂ ਦਾ ਅਰਥ ਹੁੰਦਾ ਹੈ ਆਪਣੇ ਮਾਲਕ ਦੇ ਉੱਤੇ ਮਨ ਦਾ ਆ ਜਾਣਾ। ਤੇ ਜਿੱਥੇ ਮਨ ਆ ਜਾਵੇ ਨਾ, ਫਿਰ ਉਹਨੂੰ ਮਨ ਛੱਡਦਾ ਨਹੀਂ। ਇਹਨੂੰ ਛੱਡਣਾ ਬੜਾ ਔਖਾ ਹੈ। ਇਹਦੇ ਲਈ ਲੋਕੀ ਸੂਲੀਆਂ ਤੇ ਵੀ ਚੜ ਜਾਂਦੇ ਨੇ, ਬੰਦ ਵੀ ਕਟਵਾ ਲੈਂਦੇ ਨੇ, ਖੋਪਰੇ ਵੀ ਲਵਾ ਲੈਂਦੇ ਨੇ, ਸ਼ਹੀਦੀਆਂ ਪਾ ਲੈਂਦੇ ਨੇ ਗੁਰਮੁਖ ਪਿਆਰੇ ਗੁਰਸਿੱਖ, ਪਰ ਫਿਰ ਉਹਨੂੰ ਛੱਡਿਆ ਨਹੀਂ ਜਾਂਦਾ। ਜਾ ਰਹੀ ਹੈ ਰਸਤੇ ਦੇ ਵਿੱਚ, ਮਨ ਪਤੀ ਦੇ ਨਾਲ ਜੁੜਿਆ ਹੋਇਆ ਹੈ। ਤੇ ਮੁਸਲਮਾਨ ਭਰਾ ਨੇ ਜਿਹੜੇ, ਇਹਨਾਂ ਦਾ ਇੱਕ ਨਿਯਮ ਰੂਲ ਹੈ, ਜਿੱਥੇ ਸਮਾਂ ਹੋ ਜੇ ਨਵਾਜ਼ ਦਾ, ਜਦੋਂ ਕਾਜੀ ਨੇ ਬਾਂਗ ਦੇ ਦਿੱਤੀ, ਇਹਨਾਂ ਨੇ ਉੱਥੇ ਆਪਣੇ ਮੋਢੇ ਤੇ ਰੱਖਿਆ ਹੋਇਆ ਜਿਹੜਾ ਮੁਸੱਲਾ ਹੈ ਨਾ, ਉਹ ਵਿਛਾ ਲੈਣਾ ਹੈ। ਆਪਾਂ ਸਰੂਪੋ ਕਹਿ ਦਿੰਦੇ ਹਾਂ, ਪਰਨਾ ਕਹਿ ਦਿੰਦੇ ਹਾਂ, ਸਾਫਾ ਕਹਿ ਦਿੰਦੇ ਹਾਂ, ਹਜੂਰੀਆ ਕਹਿ ਦਿੰਦੇ ਹਾਂ, ਇਹ ਮੁਸੱਲਾ ਆਖਦੇ ਨੇ। ਤੇ ਇਸ ਦੀਆਂ 3 ਲੜੀਆਂ ਕਰ ਲੈਂਦੇ ਨੇ। ਹੁੰਦਾ ਚੌਰ ਸੇ 2 ਲੜੀਆਂ ਨੂੰ ਇੱਕ ਦੂਜੀ ਦੇ ਨਾਲ ਜੋੜ ਕੇ ਤੈ ਜਦੋਂ ਮਾਰਦੇ ਨੇ, 3 ਲੜੀਆਂ ਦੀ ਹੁੰਦੀ ਹੈ, ਤੇ ਇੱਕ ਲੜੀ ਪਿੱਛੇ ਮੋਢੇ ਤੇ ਲਮਕਦੀ ਜਾਂਦੀ, 2 ਲੜੀਆਂ ਅੱਗੇ ਆ ਜਾਂਦੀਆਂ ਨੇ, ਦੋਹਰੇ ਕੀਤੇ ਦੀਆਂ। ਕਰਕੇ ਵੇਖ ਲਿਓ, ਫਿਰ ਸਮਝ ਆਏਗੀ। ਇਹਨੂੰ ਮੋਢੇ ਤੋਂ ਲਾ ਕੇ ਵਿਛਾ ਕੇ ਉੱਥੇ ਨਵਾਜ਼ ਪੜ੍ਹਨੀ ਸ਼ੁਰੂ ਕਰ ਦਿੱਤੀ ਹੈ ਕਾਜੀ ਨੇ। ਇਹ ਔਰਤ ਕੋਲੋਂ ਲੰਘੀ ਹੈ ਤੇ ਅਚਨਚੇਤ ਉਹ ਰਸਤੇ ਤੇ ਬੈਠਾ ਹੈ, ਇਹ ਵੀ ਜਾ ਰਹੀ ਹੈ, ਤੇ ਪੱਲਾ ਜਿਹੜਾ ਉਹ ਕਾਜੀ ਨੂੰ ਵੱਜ ਗਿਆ। ਕਾਜੀ ਨੇ ਆਣ ਕੇ ਨਗਰ ਦੇ ਵਿੱਚ ਨਾ ਰੌਲਾ ਪਾ ਦਿੱਤਾ ਹੈ। ਓਛੇ ਬੰਦੇ ਦੀ ਇਹੀ ਨਿਸ਼ਾਨੀ ਹੁੰਦੀ, ਨੂੰ ਕਾਲਾ ਬੜੀ ਛੇਤੀ ਪੈਂਦਾ ਹੈ। ਓਛਾ ਕਾਲ ਬੜੀ ਕਰਦਾ, ਇਹਨੇ ਬੜੀ ਕਾਲ ਕੀਤੀ ਹੈ ਤੇ ਆਣ ਕੇ ਨਗਰ ਦੇ ਵਿੱਚ ਨੰਬਰਦਾਰ ਨੂੰ ਸੱਦ ਲਿਆ, ਹੋਰ ਨੂੰ ਸੱਦ ਲਿਆ, ਪੰਚਾਇਤ ਇਕੱਠੀ ਕਰ ਲਈਏ। ਸਾਰਾ ਕੁਝ ਇਕੱਠਾ ਕਰਕੇ ਤੇ ਸ਼ਿਕਾਇਤ ਕੀਤੀ ਹੈ ਵੀ ਫਲਾਣੇ ਦੀ ਬੱਚੀ ਜਿਹੜੀ ਹੈ ਨਾ, ਮੇਰੇ ਨਵਾਜ਼ ਪੜ੍ਹਦੇ ਤੇ ਇਹਨੇ ਪੱਲਾ ਮਾਰ ਦਿੱਤਾ ਹੈ ਆਪਣੇ ਕੱਪੜੇ ਦਾ। ਇਸ ਬੱਚੀ ਨੂੰ ਸੱਦਿਆ ਗਿਆ, ਇਹਦੇ ਪਿਤਾ ਨੂੰ ਸੱਦਿਆ ਗਿਆ ਹੈ ਤੇ ਪੁੱਛਿਆ ਗਿਆ ਵੀ ਤੁਸੀਂ ਕਾਜੀ ਨਵਾਜ਼ ਪੜ੍ਹ ਰਿਹਾ ਸੀ ਤੇ ਇਹਨੂੰ ਪੱਲਾ ਮਾਰਿਆ। ਕਹਿੰਦੀ ਹੱਦ ਹੋ ਗਈ, ਮੈਨੂੰ ਤਾਂ ਕਾਜੀ ਦਾ ਪਤਾ ਹੀ ਨਹੀਂ ਕਿੱਥੇ ਬੈਠਾ ਨਵਾਜ਼ ਪੜ੍ਹਦਾ ਸੀ। ਕਾਜੀ ਕਹਿੰਦਾ ਤੂੰ ਮੇਰੇ ਕੋਲੋਂ ਤਾਂ ਲੰਘੀ ਸੀ, ਮੈਨੂੰ ਪੱਲਾ ਮਾਰ ਕੇ ਤਾਂ ਲੰਘੀ ਸੀ ਤੂੰ। ਇਹ ਕਹਿੰਦੀ ਜਾ ਵੇ ਨਕਮਿਆ, ਮੈਂ ਆਪਣੇ ਪਤੀ ਦੇ ਵਿੱਚ ਇਤਨੀ ਪ੍ਰੇਮ ਦੇ ਨਾਲ ਗੱਡੀ ਹੋਈ ਸਾਂ, ਮੈਨੂੰ ਤਾਂ ਰਾਹ ਵੀ ਨਹੀਂ ਸੀ ਦਿਸਦਾ, ਪੈਰ ਪਤਾ ਨਹੀਂ ਕਿਵੇਂ ਤੁਰੇ ਜਾਂਦੇ ਸੀ, ਤੇ ਤੂੰ ਆਪਣੇ ਪਰਮਾਤਮਾ ਦੇ ਵਿੱਚ ਕਿੰਨਾ ਕੁ ਪਤਿਆਇਆ ਹੋਇਆ ਹੈ, ਤੈਨੂੰ ਲੋਕੀ ਦਿਸਦੇ ਨੇ, ਤੈਨੂੰ ਪੱਲੇ ਦਿਸਦੇ ਨੇ। ਇਹਨੂੰ ਕਹਿੰਦੇ ਨੇ ਪਤਿਆਣਾ, ਗੱਡ ਜਾਣਾ, ਇੱਕ ਮੇਕ ਹੋ ਜਾਣਾ। ਜੇ ਕੋ ਕਰੇ ਚਿੱਤ ਲਾਏ, ਹੁਣ ਚੇਤੇ ਜਿਹੜਾ ਉਹ ਲੱਗ ਗਿਆ, ਤੇ ਜਦੋਂ ਤੱਕ ਚਿੱਤ ਨਾ ਲੱਗੇ ਉਦੋਂ ਤੱਕ ਸੇਵਾ ਨਹੀਂ ਹੁੰਦੀ। ਇੱਕ ਹੋਰ ਮੇਰੀ ਹੱਡ ਬੀਤੀ ਹੈ, ਉਹ ਵੀ ਮੈਂ ਦੱਸ ਹੀ ਦਿਆਂ। ਸਾਡਾ ਕੁਝ ਪਰਿਵਾਰ ਕਿਸੇ ਕੋਲ ਪਿੰਡੇ ਫਰਵਾਈ ਉੱਥੇ ਰਹਿੰਦਾ ਹੈ, ਤੇ ਉਸ ਪਿੰਡ ਦਾ ਇੱਕ ਮਿਸਤਰੀ ਸੀ, ਉਹਨੂੰ ਛੱਜੂ ਕਿਹਾ ਕਰਦੇ ਸਨ, ਤੇ ਨਾਲ ਹੀ ਪਿੰਡੇ ਨੇਜਾ ਢੇਲਾ, ਉੱਥੇ ਇੱਕ ਸਾਧ ਰਹਿੰਦਾ ਸੀ। ਇਹ ਮਿਸਤਰੀ ਛੱਜੂ ਉਸ ਸਾਧ ਦੇ ਪਾਸ ਨਾ ਉਹਦੇ ਤੋਂ ਗਿਆਨ ਲੈਣ ਵਾਸਤੇ ਜਾਇਆ ਕਰਦਾ ਸੀ, ਉਹਦੀ ਸੇਵਾ ਕਰਿਆ ਕਰਦਾ ਸੀ, ਉਹ ਇਹਨੂੰ ਕੋ ਗਿਆਨ ਦੀਆਂ ਗੱਲਾਂ ਦੱਸ ਦਿਆ ਕਰਦਾ ਸੀ। ਇੱਕ ਦਿਨ ਇਹ ਬਾਹਰੋਂ ਕਿਸੇ ਪਾਸੋਂ ਆ ਰਿਹਾ ਤੇ ਉਹ ਸਾਧ ਦੀ ਝੁੱਗੀ ਸੀ, ਝੁੱਗੀ 'ਚ ਰਿਹਾ ਕਰਦਾ ਸੀ। ਉਹਦੇ ਕੋਲੋਂ ਦੀ ਜਦੋਂ ਟੱਪਣ ਲੱਗਿਆ ਨਾ, ਤੇ ਇਹ ਮਿਸਤਰੀ ਛੱਜੂ ਦੇ ਮਨ ਦੇ ਵਿੱਚ ਆ ਗਿਆ। ਉਹ ਬਿਮਾਰ ਹੋ ਗਿਆ ਸੀ, ਉਹਦਾ ਅੰਤਿਮ ਸਮਾਂ ਸੀ ਵੀ ਇਹ ਮੰਜੀ ਤੇ ਬਿਮਾਰ ਪਿਆ, ਜੇ ਮੈਂ ਇਹਦੇ ਕੋਲ ਹੁਣ ਗਿਆ ਨਾ, ਇਹਨੇ ਦੱਸਣਾ ਤਾਂ ਕੁਝ ਹੈ ਨਹੀਂ, ਅੱਗੇ ਤਰ੍ਹਾਂ ਕੋਈ ਗਿਆਨ ਵਾਲੀ ਕਥਾ ਕਹਾਣੀ ਤਾਂ ਇਹਨੇ ਦੱਸਣੀ ਨਹੀਂ, ਤੇ ਕੋਈ ਸੇਵਾ ਨਾ ਲਾ ਦੇਵੇ ਵੀ ਤੂੰ ਮੈਨੂੰ ਆਹ ਦਵਾਈ ਲਿਆ ਦੇ ਜਾਂ ਆਹ ਦਵਾਈ ਲਿਆ ਦੇ, ਤੇ ਚੁੱਪ ਕਰਕੇ ਕਿਉਂ ਨਾ ਕੋਲੇ ਲੰਘ ਜਾਈਏ। ਇਹ ਜਦੋਂ ਝੁੱਗੀ ਤੋਂ ਥੋੜਾ ਗਾਂਹ ਗਿਆ ਨਾ, ਉਹ ਸਾਧ ਨੇ ਆਵਾਜ਼ ਮਾਰ ਲਈ, ਕਹਿੰਦਾ ਛੱਜੂ ਰਾਮ ਆ ਜਾ, ਮੈਂ ਤੈਨੂੰ ਕੋਈ ਵੀ ਸੇਵਾ ਨਹੀਂ ਲਾਂਦਾ।
ਹੁਣ ਇਹ ਜਿਹੜਾ ਸੀ, ਇਹ ਮਨ ਕਰਕੇ ਉਹ ਸਾਧ ਦੇ ਨਾਲ ਨਹੀਂ ਸੀ ਜੁੜਿਆ, ਤਨ ਕਰਕੇ ਜੁੜਿਆ ਸੀ। ਜਦੋਂ ਤੱਕ ਉਹਦਾ ਤਨ ਤੰਦਰੁਸਤ ਸੀ ਉਦੋਂ ਤੱਕ ਤਾਂ ਭਾਈ ਉਹਦੇ ਕੋਲ ਗਿਆਨ ਲੈਣ ਜਾਇਆ ਕਰਦਾ ਸੀ, ਤੇ ਜਦੋਂ ਉਹ ਇਸ ਕੰਮ ਤੋਂ ਸਖਣਾ ਹੋ ਗਿਆ, ਨਾ ਕਰ ਸਕਿਆ, ਤੇ ਫਿਰ ਇਹ ਉਹਦੇ ਤੋਂ ਦੂਰੀਆਂ ਬਣਾਉਣ ਲੱਗ ਗਿਆ। ਇਹਨੂੰ ਕਹਿੰਦੇ ਨੇ ਚਿੱਤ ਰੱਖਣਾ, ਚੇਤੇ ਰੱਖਣਾ, ਪਤਿਆਉਣਾ, ਪਤੀ ਜਾਣਾ। ਸੋ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਗੁਰ ਮੈਲੀ ਘਰ ਆਪਣੇ ਸੋ ਭਰਪੁਰ ਲੀਨਾ। ਭਰਪੁਰ ਦਾ ਅਰਥ ਹੁੰਦਾ ਲਬਾਲਬ ਭਰਿਆ ਹੋਇਆ, ਤੇ ਅਸਲ ਵਿੱਚ ਜਿਹੜੀ ਚੀਜ਼ ਉੱਤੋਂ ਤੱਕ ਨਾ ਭਰੀ ਹੋਵੇ ਉਹ ਉਛਲਦੀ ਰਹਿੰਦੀ ਹੈ। ਜਿਹੜੀ ਚੀਜ਼ ਉੱਤੋਂ ਤੱਕ ਨਾ ਭਰੀ ਹੋਵੇ ਨਾ, ਉਹ ਛੁਲਕਦੀ ਰਹਿੰਦੀ ਹੈ, ਝੂਣਦੀ ਰਹਿੰਦੀ ਹੈ, ਛੁਲਕਾਰਾ ਮਾਰਦੀ ਹੈ। ਤੇ ਜਦੋਂ ਛਲਕਾਰਾ ਮਾਰਦੀ ਹੈ, ਕਿਸੇ ਬਰਤਨ 'ਚ ਅੱਧਾ ਕੁ ਪਾਣੀ ਭਰ ਲਓ, ਗਾਗਰ 'ਚ, ਮਟਕੇ 'ਚ, ਸਿਰ 'ਤੇ ਰੱਖ ਲਓ, ਜੇ ਉਹ ਉੱਤੋਂ ਤੱਕ ਭਰਿਆ ਹੋਏਗਾ ਤੇ ਉਛਲੇਗਾ ਨਹੀਂ, ਤੇ ਜੇ ਉਹ ਥੋੜ੍ਹਾ ਭਰਿਆ ਹੋਏਗਾ ਤੇ ਪਾਣੀ ਛੱਲ ਜੀ ਮਾਰਦਾ ਰਹੇਗਾ। ਸੋ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਸੋ ਭਰਪੁਰ ਲੀਨਾ। ਲੀਨਾ ਦਾ ਅਰਥ ਹੁੰਦਾ ਲੀਨ ਹੋ ਜਾਣਾ। ਜਿਵੇਂ ਇਹ ਔਰਤ ਆਪਣੇ ਪਤੀ ਦੇ ਪਿਆਰ ਦੇ ਵਿੱਚ ਲੀਨ ਹੋ ਕੇ ਉਹਦੇ ਛਕਣ ਵਾਸਤੇ ਕੁਝ ਲੈ ਕੇ ਜਾ ਰਹੀ ਸੀ। ਇਹਦੇ ਪੈਰ ਤੁਰੇ ਜਾਂਦੇ ਸਨ, ਪਰ ਇਹਨੂੰ ਇਹ ਨਹੀਂ ਸੀ ਪਤਾ ਮੈਂ ਜਾ ਕਿੱਥੇ ਰਹੀ ਹਾਂ। ਇਹਨੂੰ ਕਹਿੰਦੇ ਨੇ ਲੀਨ ਹੋ ਜਾਣਾ। ਸੋ ਭਰਪੁਰ ਲੀਨਾ, ਉਹ ਅਕਾਲ ਪੁਰਖ ਵਾਹਿਗੁਰੂ ਹੈ ਨਾ ਜਿਹੜਾ, ਉਹ ਲਬਾਲਬ ਭਰਿਆ ਹੋਇਆ ਹੈ ਤੇ ਲੀਨਤਾਈ ਵਾਲਾ ਹੈ। ਲੀਨਾ ਦਾ ਅਰਥ ਲੀਨਤਾਈ ਵਾਲਾ ਹੈ, ਭਾਵ ਜਿਹੜਾ ਉਹਦੇ ਨਾਲ ਜੁੜ ਜਾਂਦਾ ਉਹਨੂੰ ਆਪਣੇ ਵਿੱਚ ਲੀਨ ਕਰ ਲੈਂਦਾ ਹੈ। ਗੁਰ ਮਹਿਲੀ ਘਰ ਆਪਣੇ। ਗੁਰ ਮਹਿਲੀ ਘਰ ਆਪਣੇ। ਘਰ ਆਖਿਆ ਸਰੀਰ ਨੂੰ, ਆਪਣੇ, ਸਾਡੇ ਆਪਣੇ। ਗੁਰ ਮਹਿਲੀ, ਗੁਰੂ ਮਹਾਰਾਜ ਜੀ ਦਾ ਜਿਹੜਾ ਸਰੂਪ ਹੈ ਨਾ, ਉਹ ਸਾਡੇ ਸਰੀਰ ਦੇ ਵਿੱਚ ਹੈ। ਗੁਰੂ ਮਹਾਰਾਜ ਜੀ ਦਾ ਵਾਸ ਹੈ ਜਿਹੜਾ, ਉਹ ਸਾਡੇ ਅੰਦਰ ਹੈ, ਤੇ ਇਹ ਊਣਾ ਵੀ ਨਹੀਂ, ਲਬਾਲਬ ਭਰਿਆ ਹੋਇਆ ਹੈ। ਲੀਨਾ ਇਸ ਤਰ੍ਹਾਂ ਜਿਹੜਾ ਗੁਰਸਿੱਖ ਉਸ ਪ੍ਰਭੂ ਪਰਮਾਤਮਾ ਗੁਰੂ ਰੂਪ ਦੇ ਵਿੱਚ ਲੀਨ ਹੋਇਆ ਹੈ ਜੀ। ਸੇਵਕ ਸੇਵਾ ਤਾਂ ਕਰੇ, ਸੱਚ ਸ਼ਬਦ ਪਤੀਣਾ। ਤੇ ਭਾਈ ਸੇਵਕ ਜਿਹੜਾ ਸੇਵਾ ਉਹ ਕਰ ਸਕਦਾ ਹੈ ਜਿੰਦਾ ਸੱਚੇ ਸਤਿਗੁਰ ਦੇ ਸੱਚੇ ਸ਼ਬਦ ਦੇ ਵਿੱਚ ਮਨ ਨਾ ਜਿਹੜਾ ਉਹ ਪਤੀਜ ਗਿਆ, ਮਨ ਆ ਗਿਆ, ਮਨ ਮੰਨ ਗਿਆ ਹੈ ਜੀ। ਸਬਦੇ ਪਤੀਜੈ ਅੰਕ ਭੀਜੈ, ਸੋ ਮਹਿਲ ਮਹਿਲਾ ਅੰਤਰੇ। ਹੁਣ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਅੱਗੇ ਦੱਸਦੇ ਨੇ ਇਹ ਮਨ ਪਤੀਜੇ ਕਿਵੇਂ, ਮਨ ਦੇ ਵਿੱਚ ਯਕੀਨ ਕਿਵੇਂ ਬੱਝੇ। ਪਤੀਜੇ ਦਾ ਅਰਥ ਹੁੰਦਾ ਯਕੀਨ ਬੱਝ ਜਾਣਾ। ਸ਼ਬਦੇ ਪਤੀਜੈ, ਜਦੋਂ ਗੁਰੂ ਮਹਾਰਾਜ ਜੀ ਦਾ ਪਾਵਨ ਪਵਿੱਤਰ ਸ਼ਬਦ ਅਸੀਂ ਸਰਵਣ ਕਰਦੇ ਹਾਂ ਜਾਂ ਸ਼ਬਦ ਦੀ ਅਰਾਧਨਾ ਕਰਦੇ ਹਾਂ, ਦੋਵੇਂ ਸਮਝ ਲੈਣਾ। ਗੁਰਬਾਣੀ ਦੇ ਅੰਦਰ ਉਪਦੇਸ਼ ਹੈ, ਉਹਨੂੰ ਵੀ ਸ਼ਬਦ ਆਖਿਆ ਹੈ। ਧੰਨ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਜਪਣ ਨੂੰ ਦਿੱਤਾ, ਉਹ ਵੀ ਸ਼ਬਦ ਹੈ। ਸ਼ਬਦੇ ਪਤੀਜੇ, ਜਦੋਂ ਅਸੀਂ ਗੁਰੂ ਮਹਾਰਾਜ ਜੀ ਦੇ ਪਾਵਨ ਸ਼ਬਦ ਨੂੰ ਜਪਦੇ ਆ ਨਾ, ਫਿਰ ਸਾਡਾ ਮਨ ਜਿਹੜਾ ਉਹ ਪਤੀਜਦਾ, ਮਨ ਦੇ ਵਿੱਚ ਫਿਰ ਯਕੀਨ ਵੱਜਦਾ ਹੈ। ਉਦੋਂ ਪਹਿਲਾਂ ਮਨ ਦੇ ਵਿੱਚ ਯਕੀਨ ਨਹੀਂ ਵੱਜਦਾ। ਅੰਕ ਭੀਜੇ, ਅੰਕ ਦਾ ਅਰਥ ਵੈਸੇ ਗੋਦ ਹੁੰਦਾ ਹੈ, ਪਰ ਇੱਥੇ ਅੰਕ ਦਾ ਅਰਥ ਆਪਾਂ ਨੂੰ ਮਨ ਕਰਨਾ ਪਏਗਾ, ਕਿਉਂਕਿ ਅੱਗੇ ਸ਼ਬਦ ਆ ਗਿਆ ਭੀਜੇ। ਭੀਜੇ ਦਾ ਅਰਥ ਹੁੰਦਾ ਭਿੱਜ ਜਾਣਾ। ਸ਼ਬਦੇ ਪਤੀਜੇ, ਜਿਨ੍ਹਾਂ ਨੂੰ ਗੁਰੂ ਮਹਾਰਾਜ ਜੀ ਦੇ ਸ਼ਬਦ ਦੇ ਨਾਲ ਅੰਦਰ ਯਕੀਨ ਵੱਜ ਗਿਆ, ਫਿਰ ਉਹਨਾਂ ਦੇ ਮਨ ਭਿੱਜ ਗਏ ਨੇ। ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਦੀ ਕਮਾਈ ਕੀਤਿਆਂ, ਵਾਹਿਗੁਰੂ ਦਾ ਅਭਿਆਸ ਕੀਤਿਆਂ ਅੰਦਰ ਯਕੀਨ ਵੱਜ ਗਿਆ ਨਾ, ਭਰੋਸਾ ਆ ਗਿਆ, ਅੰਕ ਭੀਜੇ, ਉਹਨਾਂ ਦੇ ਮਨ ਨੇ ਜਿਹੜੇ ਫਿਰ ਉਹ ਭਿੱਜ ਗਏ ਨੇ। ਸੋ ਮਹਿਲ ਮਹਿਲਾ ਅੰਤਰੇ, ਉਹ ਪ੍ਰਭੂ ਪਰਮਾਤਮਾ ਦਾ ਸਰੂਪ ਹੈ ਜਿਹੜਾ, ਉਹ ਸਾਰੇ ਸਰੀਰਾਂ ਦੇ ਅੰਦਰ ਹੈ ਜੀ। ਆਪ ਕਰਤਾ ਕਰੇ ਸੋਈ, ਪ੍ਰਭ ਆਪ ਅੰਤ ਨਿਰੰਤਰੇ। ਆਪ ਕਰਤਾ, ਕਰਨ ਵਾਲਾ ਆਪ ਹੈ, ਕਰੇ ਸੋਈ, ਉਹ ਹੀ ਕਰਦਾ ਹੈ। ਆਪ ਕਰਨ ਵਾਲਾ ਹੈ ਤੇ ਆਪ ਹੀ ਕਰਦਾ ਹੈ। ਪ੍ਰਭ ਆਪ ਅੰਤ ਨਿਰੰਤਰੇ, ਇੱਥੇ ਅੰਤ ਦਾ ਅਰਥ ਹੈ ਅੰਤਰ, ਤੇ ਨਿਰੰਤਰੇ ਦਾ ਅਰਥ ਹੈ ਇੱਕ ਰਸ। ਨਿਰੰਤਰ ਕਹਿੰਦੇ ਨੇ ਇੱਕ ਰਸ ਨੂੰ, ਜਿੰਦੇ ਵਿੱਚ ਟੁੱਟੇ ਨਾ। ਜਿਵੇਂ ਤੇਲ ਦੀ ਧਾਰ ਉੱਤੋਂ ਜਦੋਂ ਸ਼ੁਰੂ ਹੋ ਜਾਵੇ ਤੇ ਉਹ ਲਗਾਤਾਰ ਅੱਗੇ ਪੈਂਦੀ ਰਹੇ, ਉਸੇ ਤਰ੍ਹਾਂ ਤੇਲ ਦੀ ਧਾਰ ਦੀ ਤਰ੍ਹਾਂ ਵਿੱਚੋਂ ਟੁੱਟੇ ਨਾ, ਬੂੰਦਾ ਨਾ ਬਣ, ਫਿਰ ਨਿਰੰਤਰ ਹੈ, ਇੱਕ ਰਸ ਬਣਦਾ ਹੈ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਆਪ ਕਰਤਾ ਕਰੇ ਸੋਈ,
ਉਹ ਪਰਮਾਤਮਾ ਆਪ ਕਰਨ ਵਾਲਾ ਹੈ ਤੇ ਉਹ ਹੀ ਕਰਦਾ ਹੈ। ਪ੍ਰਭ ਆਪ, ਉਹ ਮੇਰਾ ਵਾਹਿਗੁਰੂ ਆਪ ਅੰਤ ਨਿਰੰਤਰੇ, ਸਾਡੇ ਸਾਰਿਆਂ ਦੇ ਅੰਦਰ ਇੱਕ ਰਸ ਹੈ, ਭਾਵ ਟੁੱਟਦਾ ਨਹੀਂ। ਜਦੋਂ ਟੁੱਟ ਜਾਂਦਾ ਤੇ ਫਿਰ ਸਰੀਰ ਮਿੱਟੀ ਦਾ ਤੋਦਾ ਬਣ ਕੇ ਰਹਿ ਜਾਂਦਾ ਹੈ। ਇੱਕ ਓੰਕਾਰ, ਓੰਕਾਰ ਦਾ ਅਰਥ ਆਪਾਂ ਕਰਦੇ ਹਾਂ ਸਰਬ ਕਾ ਪ੍ਰਕਾਸ਼ਕ, ਉਹ ਸਾਰਿਆਂ ਨੂੰ ਪ੍ਰਕਾਸ਼ ਕਰਦਾ ਹੈ। ਜਦੋਂ ਆਪਣਾ ਪ੍ਰਕਾਸ਼ ਖਿੱਚ ਲੈਂਦਾ ਨਾ, ਫਿਰ ਅਸੀਂ ਮਿੱਟੀ ਦਾ ਤੋਦਾ ਬਣ ਕੇ ਰਹਿ ਜਾਂਦੇ ਹਾਂ। ਉਹਦੇ ਪ੍ਰਕਾਸ਼ ਦੇ ਨਾਲ ਹੀ ਇਹ ਸਰੀਰ ਚੱਲਦਾ ਹੈ। ਅੰਤ ਨਿਰੰਤਰੇ, ਇਸ ਤਰ੍ਹਾਂ ਸਾਰਿਆਂ ਦੇ ਅੰਦਰ ਇੱਕ ਰਸ ਵਸਿਆ ਹੋਇਆ ਹੈ ਜੀ। ਗੁਰ ਸ਼ਬਦ ਮੇਲਾ ਤਾਂ ਸੁਹੇਲਾ, ਬਾਜੰਤ ਅਨਹਦ ਬੀਣਾ। ਗੁਰ ਸ਼ਬਦ ਮੇਲਾ, ਜੇ ਮਨ ਨੂੰ ਅਸੀਂ ਗੁਰੂ ਦੇ ਸ਼ਬਦ ਦੇ ਨਾਲ ਮੇਲਾਂਗੇ ਨਾ ਤਾਂ ਸੁਹੇਲਾ, ਸੁਹੇਲਾ ਦਾ ਅਰਥ ਹੁੰਦਾ ਸੁੱਖ ਦੇਣ ਵਾਲਾ, ਤੇ ਇਸ ਦਾ ਉਲਟ ਸ਼ਬਦ ਹੈ ਦੁਹੇਲਾ, ਦੁਹੇਲਾ ਦਾ ਅਰਥ ਹੁੰਦਾ ਦੁੱਖ ਦੇਣ ਵਾਲਾ। ਗੁਰ ਸ਼ਬਦ ਮੇਲਾ ਤਾਂ ਸੁਹੇਲਾ, ਜਦੋਂ ਅਸੀਂ ਗੁਰੂ ਦੇ ਸ਼ਬਦ ਦੇ ਨਾਲ ਇਸ ਮਨ ਨੂੰ ਮੇਲ ਲਵਾਂਗੇ, ਸਾਡਾ ਮਨ ਗੁਰੂ ਦੇ ਸ਼ਬਦ ਦੇ ਨਾਲ ਇੱਕ ਰਸ ਹੋ ਜਾਏਗਾ। ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰੂ ਜਦੋਂ ਸਿੱਧਾਂ ਦੇ ਕੋਲ ਪਹੁੰਚੇ ਸਨ ਨਾ, ਤੇ ਸਿੱਧ ਵੇਖ ਕੇ ਬੜੇ ਹੈਰਾਨ ਹੋ ਗਏ, ਤੇ ਹੈਰਾਨ ਹੋ ਕੇ ਧੰਨ ਗੁਰੂ ਮਹਾਰਾਜ ਜੀ ਨੂੰ ਸਵਾਲ ਕਰਦੇ ਨੇ। ਧੰਨ ਗੁਰੂ ਨਾਨਕ ਦੇਵ ਜੀ ਇਹਨਾਂ ਨੂੰ ਤੇ ਬਾਲਾ ਹੀ ਆਖਦੇ ਸਨ। ਸਿੱਧ ਗੋਸ਼ਟ ਦੀ ਬਾਣੀ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਆਪ ਦਰਜ ਕੀਤਾ ਹੈ, ਸੁਣੋ ਬਾਲੇ। ਬਾਲਾ ਕਹਿੰਦੇ ਨੇ ਬੱਚੇ ਨੂੰ, ਤੇ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਉਹ ਸਰੀਰ ਕਰਕੇ ਬੱਚੇ ਲੱਗਦੇ ਸਨ, ਕਿਉਂਕਿ ਅੰਦਰ ਦਾ ਉਹਨਾਂ ਨੂੰ ਗਿਆਨ ਨਹੀਂ ਸੀ। ਜੇ ਅੰਦਰ ਦਾ ਗਿਆਨ ਹੁੰਦਾ ਤੇ ਫਿਰ ਉਹਨਾਂ ਨੇ ਜਿੱਦ ਚਰਚਾ ਨਹੀਂ ਸੀ ਕਰਨੀ, ਤੇ ਗੁਰੂ ਨਾਨਕ ਦੇਵ ਜੀ ਨੂੰ ਵੀ ਉਹਨਾਂ ਦੇ ਨਾਲ ਇਤਨੀ ਚਰਚਾ ਨਹੀਂ ਸੀ ਕਰਨੀ ਪੈਣੀ, ਉਹਨਾਂ ਨੇ ਪੈਰ ਪਕੜ ਲੈਣੇ ਸੀ। ਉਹਨਾਂ ਨੇ ਬਾਹਰੋਂ ਵੇਖਿਆ ਸਰੀਰ ਕਰਕੇ ਵੀ ਇਹ ਤਾਂ ਛੋਟਾ ਜਿਹਾ, ਥੋੜ੍ਹੀ ਉਮਰ ਦਾ ਹੈ। ਕਿਉਂਕਿ ਸਿੱਧ ਜਦੋਂ ਮੌਤ ਹੁੰਦੀ ਸੀ ਨਾ, ਉਦੋਂ ਜਿਹੜਾ ਸਵਾਸ ਸੀ ਉਹ 10ਵੇਂ ਦੁਆਰ ਚੜ੍ਹਾ ਲੈਂਦੇ, ਸਮਾਂ ਟਲ ਜਾਂਦਾ, ਫਿਰ ਥੋੜ੍ਹਾ ਚਿਰ ਜੀਵਨ ਮਿਲ ਜਾਂਦਾ, ਫਿਰ ਇਸ ਤਰ੍ਹਾਂ ਕਰਦੇ। ਇਸ ਤਰ੍ਹਾਂ ਦਾ ਇੱਕ ਪ੍ਰਸੰਗ ਧੰਨ ਗੁਰੂ ਮਹਾਰਾਜ ਜੀ 10ਵੇਂ ਪਾਤਸ਼ਾਹ ਦੇ ਸਮੇਂ ਵੀ ਹੁੰਦਾ, ਜਦੋਂ ਮੁਕਤਸਰ ਸਾਹਿਬ ਦੀ ਜੰਗ ਗੁਰੂ ਮਹਾਰਾਜ ਜੀ ਨੇ ਯੁੱਧ ਕੀਤਾ। ਉਸ ਤੋਂ ਉਪਰੰਤ ਸੱਚੇ ਸਤਿਗੁਰੂ ਦਮਦਮਾ ਸਾਹਿਬ ਪਹੁੰਚਣ ਤੋਂ ਪਹਿਲਾਂ ਢਾਬ ਤੇ ਰੁਕੇ ਨੇ, ਤੇ ਢਾਬ ਦੇ ਦੂਜੇ ਪਾਸੇ ਨਾ ਕੁਟੀਆ ਹੈ ਇੱਕ ਸਾਧੂ ਸੰਤ ਦੀ। ਇਸੇ ਤਰ੍ਹਾਂ ਹੀ ਤੇ ਸਿੱਖ ਸੰਗਤਾਂ ਰਹਿ ਰਾਸ ਦਾ ਸਮਾਂ ਜਾਣ ਕੇ ਸ਼ਾਮ ਦਾ ਲੰਗਰ ਪਾਣੀ ਤਿਆਰ ਕਰਨ ਵਾਸਤੇ ਗੁਰਸਿੱਖ ਸਨ ਜਿਹੜੇ, ਉਹ ਭਾਈ ਲੱਕੜ ਬਾਲਣ ਦਾ ਇੰਤਜ਼ਾਮ ਕਰਨ ਲੱਗ ਗਏ ਨੇ। ਜਿਨ੍ਹਾਂ ਦੀਆਂ ਘਾਹ 'ਤੇ ਡਿਊਟੀਆਂ ਸਨ ਘੋੜਿਆਂ ਵਾਸਤੇ, ਉਹ ਘਾਹ ਦਾ ਇੰਤਜ਼ਾਮ ਕਰਨ ਲੱਗ ਗਏ ਨੇ। ਤੇ ਉਸ ਫਕੀਰ ਨੇ ਪੁੱਛਿਆ ਵੀ ਇਹ ਕੌਣ ਆਏ ਨੇ ਜਿਨ੍ਹਾਂ ਦੇ ਨਾਲ ਇਤਨੀ ਫੌਜ ਸੰਗਤ ਹੈ। ਤੇ ਗੁਰਸਿੱਖ ਨੇ ਦੱਸਿਆ 10ਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਤੇ ਉਹਨੇ ਆਖਿਆ ਇਹਨਾਂ ਦੀ ਉਮਰ ਕਿੰਨੀ ਹੈ? ਕਹਿੰਦਾ ਜੀ ਆਈ ਕੋਈ 30-35 ਸਾਲ ਦੀ, 36 ਸਾਲ ਦੀ ਹੋਵੇਗੀ। ਤੇ ਉਹ ਹੱਸ ਪਿਆ, ਕਹਿੰਦਾ ਨਿੱਕਾ ਜਿਹਾ ਜਵਾਕ, ਇਹਨੂੰ ਕੀ ਮਿਲਣਾ ਜਾ ਕੇ, ਬੱਚਾ ਹੈ ਜੇ। ਤੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਆਣ ਕੇ ਗੁਰੂ ਮਹਾਰਾਜ ਜੀ ਦੇ ਪਾਸ ਉਹ ਗੁਰਸਿੱਖ ਨੇ ਆਣ ਕੇ ਦੱਸਣਾ ਕੀਤਾ। ਤੇ ਗੁਰੂ ਮਹਾਰਾਜ ਜੀ ਕਹਿੰਦੇ ਇਹ ਬਾਹਰੋਂ ਸਰੀਰ ਕਰਕੇ ਹੀ ਵੇਖਦਾ ਹੈ, ਇਹਨੂੰ ਅੰਦਰ ਦਾ ਨਹੀਂ ਪਤਾ। ਸੋ ਜਦੋਂ ਗੁਰੂ ਮਹਾਰਾਜ ਜੀ ਦੇ ਪਾਸ ਆਇਆ ਤੇ ਸੱਚੇ ਸਤਿਗੁਰ ਨੇ ਉਹਦੇ ਸਾਰੇ ਖੁਲਾਸੇ ਕਰ ਦਿੱਤੇ ਤੇ ਚਰਨ ਪਕੜ ਲਏ ਗੁਰੂ ਜੀ ਦੇ। ਇਸੇ ਤਰ੍ਹਾਂ ਸਿੱਧ ਸਨ ਜਿਹੜੇ, ਉਹ ਵੀ ਗੁਰੂ ਨਾਨਕ ਦੇਵ ਜੀ ਨੂੰ ਬਾਲਾ ਹੀ ਦੱਸਦੇ ਸਨ, ਕਿਉਂਕਿ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਉਹਨਾਂ ਦੀ ਤਰ੍ਹਾਂ 10ਵੇਂ ਦੁਆਰ ਦੇ ਵਿੱਚ ਸਵਾਸ ਚੜ੍ਹਾ ਕੇ ਤੇ ਉਸ ਪਰਮਾਤਮਾ ਕਾਲ ਪੁਰਖ ਵਾਹਿਗੁਰੂ ਦੇ ਭਾਣੇ ਨੂੰ ਮੋੜਦੇ ਨਹੀਂ ਸਨ। ਸੋ ਫਿਰ ਗੁਰੂ ਮਹਾਰਾਜ ਜੀ ਨੂੰ ਜਦੋਂ ਉਹਨਾਂ ਨੇ ਪੁੱਛਿਆ ਸਿੱਧਾਂ ਨੇ ਵੀ ਗੁਰੂ ਮਹਾਰਾਜ ਜੀ ਤੁਸੀਂ ਇੱਥੇ, ਇਹ ਤਪਾ ਜੀ ਤੁਸੀਂ ਇੱਥੇ ਕਿਵੇਂ ਪਹੁੰਚੇ ਹੋ? ਇੱਥੇ ਤਾਂ ਮਨੁੱਖ ਦਾ ਆਉਣਾ ਬੜਾ ਮੁਸ਼ਕਲ ਹੈ। ਤੇ ਗੁਰੂ ਜੀ ਨੇ ਉੱਤਰ ਦਿੱਤਾ ਹੈ ਸ਼ਬਦ ਸੁਰਤ ਕਾ ਮੇਲ, ਬਈ ਸ਼ਬਦ ਦੇ ਨਾਲ ਸੁਰਤ ਨੂੰ ਅਸੀਂ ਮੇਲ ਲਿਆ ਹੈ। ਜਦੋਂ ਸ਼ਬਦ ਦੇ ਨਾਲ ਸੁਰਤ ਮਿਲ ਜਾਏ ਤੇ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਜਿਤਨੀਆਂ ਵੀ ਦਾਤਾਂ ਨੇ ਗੁਰਸਿੱਖਾਂ ਨੂੰ ਪ੍ਰਾਪਤ ਹੋ ਜਾਇਆ ਕਰਦੀਆਂ ਨੇ। ਇਹੀ ਗੱਲ ਗੁਰੂ ਮਹਾਰਾਜ ਜੀ ਇੱਥੇ ਦੱਸਦੇ ਨੇ, ਗੁਰ ਸ਼ਬਦ ਮੇਲਾ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੇ ਨਾਲ ਸੁਰਤ ਨੂੰ ਮੇਲ ਲਿਆ ਤਾਂ ਸੁਹੇਲਾ, ਫਿਰ ਇਹ ਸ਼ਬਦ ਸਾਨੂੰ ਸੁੱਖ ਦੇਣ ਵਾਲਾ ਹੋ ਜਾਂਦਾ ਹੈ। ਬਾਜੰਤ ਅਨਹਦ ਬੀਨਾ, ਅਨਹਦ, ਅਨਹਦ ਸ਼ਬਦ ਹੈ। ਅਣਹਦ ਜਿਸ ਦੀ ਹੱਦ ਕੋਈ ਨਹੀਂ। ਅਣਹਦ, ਹੱਦ ਕਹਿੰਦੇ ਨੇ ਬੰਨੇ ਨੂੰ, ਜਿੱਥੋਂ ਤੱਕ ਸਾਡੀ ਆਪਣੀ ਜਾਇਦਾਦ ਹੁੰਦੀ ਹੈ ਉਹ ਹੱਦ ਹੈ। ਜਿੱਥੋਂ ਤੱਕ ਸਾਡਾ
ਇਹ ਪੰਜਾਬ ਏ, ਇਹ ਹੱਦ ਦੇ ਅੱਗੇ ਦੂਜੇ ਦੇਸ਼ ਆ ਜਾਂਦੇ ਨੇ, ਇਹਨੂੰ ਹੱਦ ਆਖਦੇ ਨੇ। ਅਣਹੱਦ ਬੀਣਾ, ਇਹ ਇੱਕ ਸ਼ਬਦ, ਇਹਦੀ ਹੱਦ ਕੋਈ ਨਹੀਂ, ਅੰਤ ਕੋਈ ਨਹੀਂ। ਤੇ ਇਹ ਚੱਲਦਾ ਉਦੋਂ ਹੀ ਜਦੋਂ ਸਾਡੇ ਅੰਦਰ ਦੀ ਨਾਭੀ ਖੁੱਲ੍ਹ ਜਾਂਦੀ ਹੈ। ਨਾਭੀ ਉਦੋਂ ਖੁੱਲ੍ਹਦੀ ਹੈ ਜਦੋਂ ਅਸੀਂ ਸਿਮਰਨ ਅਭਿਆਸ ਕਰਦੇ ਹਾਂ ਤੇ ਸੁਰਤ ਅੰਦਰ ਉਤਰਨ ਲੱਗ ਜਾਂਦੀ ਹੈ। ਹੁਣ ਗੁਰੂ ਜੀ ਇੱਥੇ ਸਾਨੂੰ ਦੱਸਦੇ ਨੇ, ਗੁਰ ਸ਼ਬਦ ਮੇਲਾ ਤਾਂ ਸੁਹੇਲਾ। ਜਦੋਂ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਸ਼ਬਦ ਤੇ ਸੁਰਤ ਦਾ ਸੁਮੇਲ ਹੋ ਜਾਂਦਾ ਹੈ, ਫਿਰ ਭਾਈ ਗੁਰਮੁਖ ਪਿਆਰਿਆਂ ਦੀ ਇਹ ਨਾਭ ਖੁੱਲ੍ਹ ਜਾਂਦੀ ਹੈ। ਸ਼ਬਦ ਜਿਹੜਾ ਅਨਾਹਤ, ਇਹਨੂੰ ਅਨਾਹਤ ਵੀ ਆਖਿਆ ਜਾਂਦਾ, ਕਿਉਂਕਿ ਅਣਹੱਤ, ਹੱਤ ਦਾ ਅਰਥ ਹੁੰਦਾ ਹੈ ਟਕਰਾਓ, ਮਾਰਨਾ, ਨੁਕਸਾਨ ਕਰਨਾ, ਇਹ ਕਈ ਅਰਥ ਨੇ। ਅਣਹੱਤ ਸ਼ਬਦ ਜਿਹੜੇ ਨੇ ਇਹ 3 ਪ੍ਰਕਾਰ ਦੇ ਮੰਨੇ ਗਏ ਨੇ। ਪਹਿਲਾ ਸ਼ਬਦ ਹੈ ਜਿਹੜਾ, ਉਹਨੂੰ ਵਰਨਾਤਮਕ ਆਖਦੇ ਨੇ, ਜੋ ਵਰਨਾ ਤੋਂ, ਵਰਨ ਦਾ ਅਰਥ ਹੁੰਦਾ ਅੱਖਰ। ਵੈਸੇ ਅੱਖਰ ਦਾ ਅਰਥ ਹੁੰਦਾ ਗਿਆਨ, ਅੱਖਰੀ ਗਿਆਨ ਗੀਤ ਉਹਨੂੰ ਗਾ, ਤੇ ਅੱਖਰ ਦਾ ਅਰਥ ਵਰਨ ਵੀ ਹੈ। ਧੰਨ ਗੁਰੂ ਜੀ ਰਹਿਮਤ ਕਰਦੇ ਨੇ ਵੀ ਜਦੋਂ ਸੱਚੇ ਸਤਿਗੁਰ ਦੀ ਕਿਰਪਾ ਹੁੰਦੀ ਏ, ਗੁਰਮੁਖ ਪੜ੍ਹ ਜਾਂਦਾ ਤੇ ਫਿਰ ਵਰਨਾ ਦੇ ਨਾਲ ਜੋ ਸ਼ਬਦ ਉਚਾਰਨ ਕਰਦਾ ਹੈ, ਜੋ ਅਸੀਂ ਬੋਲਦੇ ਹਾਂ, ਇਹ ਵਰਨਾਤਮਕ ਧੁਨੀ, ਇਸ ਤਰ੍ਹਾਂ ਸਮਝ ਲਓ, ਸੌਖਾ ਹੋ ਜਾਏਗਾ। ਜੋ ਵੀ ਅਸੀਂ ਬੋਲਦੇ ਹਾਂ, ਇਹ ਸ਼ਬਦਾਂ ਤੋਂ ਪੈਦਾ ਹੋਣ ਵਾਲੀ ਧੁਨੀ ਨੂੰ ਵਰਨਾਤਮਕ ਆਖਿਆ ਜਾਂਦਾ ਹੈ। ਤੇ ਦੂਜੀ ਜਿਹੜੀ ਏ ਉਹ ਧਨਾਤਮਕ, ਧਨਾਤਮਕ ਕਹਿੰਦੇ ਨੇ ਧੁਨ ਪੈਦਾ ਹੋਣੀ ਟਕਰਾਓ ਤੋਂ। ਆਹਤ, ਕਿਤੇ ਟਕਰਾ ਹੋ ਜਾਣਾ, 2 ਦਰਵਾਜ਼ੇ, 2 ਹੱਥਾਂ ਦਾ ਟਕਰਾ ਜਾਣਾ, 2 ਚੀਜ਼ਾਂ ਦਾ ਟਕਰਾ ਜਾਣਾ, 2 ਧਾਤੂਆਂ ਦਾ, ਇਹ ਧੁਨ ਪੈਦਾ ਹੋ ਗਈ ਹੈ। ਇਹ ਧੁਨ ਪੈਦਾ ਹੋਈ ਹੈ ਟਕਰਾਓ ਤੋਂ। ਇਹ ਸ਼ਬਦ ਕੋਈ ਨਹੀਂ, ਕੇਵਲ ਧੁਨ ਹੈ। ਆਵਾਜ਼ ਜ਼ਰੂਰ ਹੈ, ਪਰ ਉਸ ਆਵਾਜ਼ ਦੇ ਵਿੱਚ ਲਫਾਸ ਨਹੀਂ ਹੈਗਾ। ਸੋ ਤੀਸਰੀ ਜਿਹੜੀ ਹੈ ਉਹ ਹੈ ਅਣਹੱਤ, ਜਿੱਥੇ ਕੋਈ ਟਕਰਾ ਨਹੀਂ, ਟਕਰਾ ਕੋਈ ਨਹੀਂ ਪਰ ਹੈ ਜ਼ਰੂਰ। ਅਣ ਬਿਨਾ ਹੱਤ, ਬਿਨਾ ਟਕਰਾ ਤੋਂ, ਹੈ ਜ਼ਰੂਰ ਪਰ ਟਕਰਾ ਕੋਈ ਨਹੀਂ। ਨਾ ਕੋਈ ਵਰਨ ਦਾ ਟਕਰਾ ਹੈ, ਵਰਨ ਵੀ ਟਕਰਾਉਂਦੇ ਨੇ, ਪਿੱਛੋਂ ਹਵਾ ਨਿਕਲਦੀ ਹੈ ਤੇ ਉਹ ਹਵਾ ਟਕਰਾਉਂਦੀ ਹੈ, ਵਰਨ ਪੈਦਾ ਹੁੰਦੇ ਨੇ, ਵਰਨ ਟਕਰਾਉਂਦੇ ਨੇ, ਸ਼ਬਦ ਬਣਦੇ ਨੇ, ਇਸ ਤਰ੍ਹਾਂ ਬੀਣਾ। ਸੋ ਗੁਰੂ ਜੀ ਰਹਿਮਤ ਕਰਦੇ ਨੇ, ਗੁਰ ਸ਼ਬਦ ਮੇਲਾ ਤਾਂ ਸੁਹੇਲਾ, ਜਿਨ੍ਹਾਂ ਦੇ ਅੰਦਰ ਸ਼ਬਦ ਤੇ ਸੁਰਤ ਦਾ ਮੇਲ ਹੋ ਜਾਂਦਾ ਹੈ। ਜਿਹੜੇ ਗੁਰਮੁਖ ਪਿਆਰੇ ਆਪਣੇ ਮਨ ਨੂੰ ਗੁਰੂ ਦੇ ਸ਼ਬਦ ਦੇ ਨਾਲ ਇੱਕ ਮਿਕ ਕਰ ਲੈਂਦੇ ਨੇ, ਉਹਨਾਂ ਨੂੰ ਸੁੱਖ ਮਿਲਦਾ ਹੈ, ਸੁੱਖ ਵਾਲਾ ਹੋ ਜਾਂਦਾ ਹੈ। ਬਾਜੰਤ, ਇਹਦਾ ਅਰਥ ਹੁੰਦਾ ਵੱਜਦੀ ਹੈ। ਅਣਹਦ ਬੀਣਾ, ਅੰਦਰ ਅਨਾਦ ਸ਼ਬਦ ਚੱਲ ਪੈਂਦਾ ਹੈ ਜੀ। ਗੁਰ ਮਹਿਲੀ ਘਰ ਆਪਣੇ, ਸੋ ਭਰਪੁਰ ਲੀਣਾ। ਲਿਆ ਕਿਤੋਂ ਵੀ ਨਹੀਂ, ਲਿਆ ਇਸ ਸਰੀਰ ਦੇ ਵਿੱਚੋਂ ਹੈ। ਉਸ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੈ ਨਾ ਜਿਹੜੀ, ਉਹ ਇਸ ਸਰੀਰ ਦੇ ਵਿੱਚ ਹੀ ਹੋਈ ਹੈ, ਬਾਹਰੋਂ ਨਹੀਂ ਕਿਤੋਂ ਹੋਈ। ਗੁਰ ਮਹਿਲੀ, ਗੁਰੂ ਮਹਾਰਾਜ ਜੀ ਦਾ ਜਿਹੜਾ ਸਰੂਪ ਹੈ, ਘਰ ਆਪਣੇ, ਸਾਡੇ ਆਪਣੇ ਸਰੀਰ ਦੇ ਅੰਦਰ ਹੀ ਹੈ। ਰੂਹ ਨੂੰ ਗਿਆਨ ਦੇਣ ਵਾਲੀ ਜਿਹੜੀ ਚੇਤਨ ਸਤਾ ਹੈ ਨਾ, ਉਹ ਸਾਡੇ ਸਰੀਰ ਦੇ ਵਿੱਚ ਹੀ ਹੈ। ਸੋ ਭਰਪੁਰ ਲੀਨਾ, ਤੇ ਉਹ ਲਵਾ ਲਵ ਭਰੀ ਹੋਈ ਹੈ ਜੀ। ਕੀਤਾ ਕਿਆ ਸਾਲਾਹੀਐ, ਕਰ ਵੇਖੈ ਸੋਈ। ਇਹ 9ਵੀਂ ਪੌੜੀ ਏ। ਇਹਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕੀਤੀ ਏ। ਧੰਨ ਗੁਰੂ ਮਹਾਰਾਜ ਜੀ ਨੇ ਉਸ ਦੇ ਗੁਣ ਗਾਇਨ ਕਰਕੇ ਨਾ ਫਿਰ ਉਸ ਨੂੰ ਸਲਾਹਿਆ ਵੀ ਕੀਤਾ ਕਿਆ ਸਲਾਹੀਏ, ਅਸੀਂ ਤੇਰੇ ਕੀਤੇ ਹੋਏ ਹਾਂ ਤੇ ਤੇਰੀ ਵਡਿਆਈ ਕੀ ਕਰ ਸਕੀਏ। ਕਰ ਵੇਖੈ ਸੋਈ, ਤੂੰ ਆਪ ਹੀ ਆਪਣੀ ਵਡਿਆਈ ਵੇਖ ਸਕਦਾ ਤੇ ਆਪ ਹੀ ਕਰ ਸਕਦਾ ਹੈ। ਫਿਰ ਅਸੀਂ ਵਡਿਆਈ ਕਰਦੇ ਕਿਉਂ ਹਾਂ? ਪ੍ਰੇਮ ਭਗਤ ਕੇ ਕਾਰਨੇ। ਭਗਤ ਜੀ ਨੂੰ ਇੱਕ ਬ੍ਰਾਹਮਣ ਨੇ ਪੁੱਛਿਆ ਸੀ ਵੀ ਤੁਸੀਂ ਆਖਦੇ ਹੋ ਉਹ ਬੇਅੰਤ ਹੈ, ਉਸ ਦਾ ਅੰਤ ਕੋਈ ਨਹੀਂ, ਤੇ ਫਿਰ ਉਸ ਦੇ ਗੁਣ ਕਿਉਂ ਗਾਇਨ ਕਰਦੇ ਹੋ? ਵੀ ਜਦੋਂ ਅਸੀਂ ਉਸ ਦੇ ਗੁਣ ਗਾਇਨ ਕਰਦੇ ਹਾਂ, ਗੁਣਾਂ ਦਾ ਅੰਤ ਕੋਈ ਨਹੀਂ ਪਾਇਆ ਜਾਂਦਾ। ਗੁਣ ਨੇ ਜਿਹੜੇ ਉਹਨਾਂ ਤੱਕ ਪਹੁੰਚਿਆ ਨਹੀਂ ਜਾਂਦਾ। ਜਦੋਂ ਗੁਣਾਂ ਦਾ ਅੰਤ ਨਹੀਂ ਪਾਇਆ ਜਾਂਦਾ, ਫਿਰ ਗੁਣ ਕਿਉਂ ਗਾਇਨ ਕਰਦੇ ਹਾਂ? ਵੇਖੋ, ਆਪਾਂ ਵੀ ਵਡਿਆਈਆਂ ਕਰ ਰਹੇ ਹਾਂ, ਉਸ ਪ੍ਰਭੂ ਪਰਮਾਤਮਾ ਦੇ ਗੁਣ ਗਾਇਨ ਕਰਦੇ ਹਾਂ। ਪ੍ਰੇਮ ਭਗਤ ਕਾਰਨ, ਪ੍ਰੇਮਾ ਭਗਤੀ ਦੇ ਲਈ, ਪ੍ਰੇਮ ਦੇ ਵਿੱਚ ਆਏ, ਉਸ ਨੂੰ ਯਾਦ ਕਰਨ ਦੇ ਲਈ। ਕੀਤਾ ਕਿਆ ਸਲਾਹੀਏ, ਧੰਨ ਗੁਰੂ ਜੀ ਨੇ 8 ਪੌੜੀਆਂ ਦੇ ਵਿੱਚ ਉਸ ਪ੍ਰਭੂ ਪਰਮਾਤਮਾ ਦੀ ਬੜੀ ਵੱਡੀ ਵਡਿਆਈ ਕੀਤੀ ਹੈ। ਤੇ ਫਿਰ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਇੱਥੇ ਸਾਨੂੰ ਦੱਸਦੇ ਨੇ ਕਿਤੇ ਹੰਕਾਰ ਨਾ ਆ ਜਾਵੇ। ਕੀਤਾ, ਅਸੀਂ ਉਹਦੇ ਕੀਤੇ ਹੋਏ ਹਾਂ। ਕਿਆ ਸਲਾਹੀਏ,
ਤੇ ਉਸ ਦੇ ਕੀਤੇ ਹੋਏ ਉਸ ਦੀ ਕੀ ਵਡਿਆਈ ਕਰ ਸਕਦੇ ਹਾਂ। ਕਰ ਵੇਖੈ ਸੋਈ, ਉਹ ਆਪ ਹੀ ਕਰਦਾ ਹੈ ਤੇ ਆਪ ਹੀ ਵੇਖਦਾ। ਜਿਵੇਂ ਗੁਰਬਾਣੀ ਦੇ ਅੰਦਰ ਫਰਮਾਨ ਹੁੰਦਾ ਹੈ ਨਾ, ਪਿਤਾ ਕਾ ਜਨਮ ਕਿਆ ਜਾਣੇ ਪੂਤ। ਹੁਣ ਪੁੱਤਰ ਨੂੰ ਕੀ ਪਤਾ ਵੀ ਮੇਰੇ ਪਿਓ ਦਾ ਜਦੋਂ ਜਨਮ ਹੋਇਆ ਹੈ ਇਹ ਉਦੋਂ ਕਿਵੇਂ ਨਿੱਕਾ ਜਿਹਾ ਹੁੰਦਾ ਸੀ, ਕਿਵੇਂ ਖੇਡਦਾ ਸੀ, ਸਾਰੀਆਂ ਗੱਲਾਂ ਦਾ ਪੁੱਤਰ ਨੂੰ ਆਪਣੇ ਪਿਤਾ ਦੇ ਜੀਵਨ ਦਾ ਨਹੀਂ ਪਤਾ ਹੁੰਦਾ। ਉਸੇ ਤਰ੍ਹਾਂ ਹੇ ਪਰਮਾਤਮਾ, ਅਸੀਂ ਤੇਰੇ ਕੀਤੇ ਹੋਏ ਹਾਂ, ਤੇਰੇ ਪੁੱਤਰ ਹਾਂ, ਕਿਆ ਸਲਾਹੀਏ, ਅਸੀਂ ਤੇਰੀਆਂ ਵਡਿਆਈਆਂ ਕੀ ਕਰ ਸਕਦੇ ਹਾਂ, ਤੇਰੇ ਗੁਣ ਜਸ ਗਾਇਨ ਕੀ ਕਰ ਸਕਦੇ ਹਾਂ। ਕਰ ਵੇਖੈ ਸੋਈ, ਤੂੰ ਆਪ ਹੀ ਕਰਦਾ ਤੇ ਆਪ ਹੀ ਵੇਖਦਾ ਹੈ। ਬੇਸ਼ੁਮਾਰ ਅਥਾਹ ਅਗਣਤ ਅਤੁਲੇ, ਬੇਸ਼ੁਮਾਰ ਅਥਾਹ ਅਗਣਤ ਅਤੁਲੋ। ਜਿਉ ਬੁਲਾਓ ਤੂੰ ਨਾਨਕ ਦਾਸ ਬੋਲੇ। ਹੇ ਮੇਰੇ ਸੱਚੇ ਸਤਿਗੁਰ ਜੀ, ਜਿਵੇਂ ਤੂੰ ਬੁਲਾਉਣਾ ਹੈ ਨਾ ਉਵੇਂ ਅਸੀਂ ਤੇਰੇ ਦਾਸ ਹਾਂ ਤੇ ਤੇਰੇ ਬੁਲਾਏ ਹੋਏ ਬੋਲ ਰਹੇ ਹਾਂ ਜੀ। ਤਾ ਕੀ ਕੀਮਤ ਨਾ ਪਵੈ ਜੇ ਲੋਚੈ ਕੋਈ। ਲੋਚੇ ਦਾ ਅਰਥ ਹੁੰਦਾ ਹੈ ਅੰਦਰ ਦੀ ਚਾਹਨਾ, ਅੰਦਰ ਦੀ ਇੱਛਾ। ਹਰ ਮਨੁੱਖ ਦੀ ਇੱਕ ਲੋਚਾ ਹੈ ਤੇ ਉਹ ਲੋਚਾ ਇਹ ਹੈ ਵੀ ਮੈਨੂੰ ਉਸ ਦਾ ਭੇਤ ਆ ਜਾਵੇ, ਮੈਂ ਉਸ ਦਾ ਅੰਤ ਪਾ ਲਵਾਂ, ਮੈਨੂੰ ਸਮਝ ਆ ਜਾਵੇ। ਤਾਂ ਕਿ ਕੀਮਤ ਨਾ ਪਵੇ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਉਹ ਬੜਾ ਮਹਾਨ ਹੈ, ਬੜਾ ਵਿਸ਼ਾਲ ਹੈ, ਉਸ ਦੀ ਕੀਮਤ ਸਾਡੇ ਤੋਂ ਪਾਈ ਨਹੀਂ ਜਾ ਸਕਦੀ। ਕੀ ਮਤ ਜੋ ਸਾਡੀ ਅੰਦਰ ਹੈ ਕੀ ਕਿੰਨੀ ਕੁ ਹੈ, ਕੀ ਮਤ, ਇਹ ਸਾਡੀ ਮਤ ਹੈ ਨਾ ਜਿਹੜੀ, ਅਗਲਾ ਕੀ ਹੈ ਇਹ ਨਹੀਂ ਦੱਸ ਸਕਦੀ, ਇਹਨੂੰ ਕੀਮਤ ਆਖ ਦਿੰਦੇ ਨੇ। ਜਿਵੇਂ ਅਸੀਂ ਦੁਕਾਨ ਤੇ ਜਾਂਦੇ ਹਾਂ ਨਾ, ਕੀਮਤ ਦੱਸ ਇਹਦਾ ਕੀ ਰੇਟ ਹੈ, ਕਿਉਂਕਿ ਸਾਡੀ ਮਤ ਨੂੰ ਪਤਾ ਹੀ ਨਹੀਂ ਵੀ ਇਹਦੇ ਕਿੰਨੇ ਪੈਸੇ ਨੇ, ਕੀ ਕਿੰਨੇ ਨੇ, ਮਤ ਸਾਡੀ ਮਤ ਨੂੰ ਪਤਾ ਨਹੀਂ, ਇਹ ਕੀ ਹੈ ਸਾਡੀ ਮਤ ਨੂੰ ਪਤਾ ਨਹੀਂ, ਉੱਥੇ ਫਿਰ ਕੀਮਤ ਆਖਿਆ ਜਾਂਦਾ ਹੈ। ਤਾਂ ਕਿ ਕੀਮਤ ਨਾ ਪਵੇ ਉਸ ਅਕਾਲ ਪੁਰਖ ਵਾਹਿਗੁਰੂ ਦੀ, ਸਾਡੀ ਮਤ ਨੂੰ ਸੋਝੀ ਨਹੀਂ ਆ ਰਹੀ, ਸੋਝੀ ਨਹੀਂ ਪੈ ਰਹੀ। ਜੇ ਲੋਚੈ ਸਭ ਕੋਈ, ਜੀ ਦੇ ਵਿੱਚ ਸਾਰੇ ਲੋਚਦੇ ਨੇ। ਜੇਕਰ ਸਾਰੇ ਇਸ ਗੱਲ ਨੂੰ ਅੰਦਰ ਇੱਛਾ ਬਣਾ ਲੈਣ, ਪਰ ਫਿਰ ਵੀ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਸਤਿਗੁਰ ਦੀ ਜੋ ਕੀਮਤ ਹੈ ਉਹ ਪਾਈ ਨਹੀਂ ਜਾ ਸਕਦੀ ਹੈ ਜੀ। ਕੀਮਤ ਸੋ ਪਾਵੈ ਆਪ ਜਾਣਾਵੈ, ਆਪ ਅਭੁੱਲ ਨਾ ਭੁੱਲਏ। ਧੰਨ ਗੁਰਬਾਣੀ ਦੇ ਅੰਦਰ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨਾਲ ਵਡਿਆਈ ਕਰਦੇ ਹੋਏ ਗਿਆਨ ਨੂੰ ਅਧੂਰਾ ਨਹੀਂ ਛੱਡਦੇ। ਹੁਣ ਇੱਥੇ ਗੁਰੂ ਜੀ ਨੇ ਕਿਰਪਾ ਕੀਤੀ, ਜਿਵੇਂ ਆਪਾਂ ਦੱਖਣੀ ਓਂਕਾਰ ਦੀ ਬਾਣੀ ਪੜ੍ਹਦੇ ਹਨ ਨਾ, ਤੇ ਉੱਥੇ ਗੁਰੂ ਮਹਾਰਾਜ ਜੀ ਨੇ ਬੜਾ ਸੁੰਦਰ ਖੁਲਾਸਾ ਕਰਦੇ ਹੋਇਆਂ, ਸਮਝਾਉਂਦੇ ਹੋਇਆਂ ਸਾਨੂੰ ਇਹ ਦੱਸਿਆ ਵੀ ਉਸ ਪ੍ਰਭੂ ਪਰਮਾਤਮਾ ਦਾ ਭੇਤ ਨਹੀਂ ਕਿਸੇ ਨੂੰ ਆਉਂਦਾ, ਉਸ ਵਾਹਿਗੁਰੂ ਦਾ ਭੇਤ ਕਿਸੇ ਤੋਂ ਨਹੀਂ ਪਾਇਆ ਗਿਆ। ਪਰ ਫਿਰ ਗੁਰੂ ਜੀ ਸੱਚੇ ਸਤਿਗੁਰ ਨਾਲ ਇਹ ਵੀ ਦੱਸਦੇ ਨੇ, ਕਰਤੇ ਕੀ ਮਿਤ ਕਰਤਾ ਜਾਣੇ, ਕਹਿ ਜਾਣੇ ਗੁਰ ਸੂਰਾ। ਉਹ ਅਕਾਲ ਪੁਰਖ ਵਾਹਿਗੁਰੂ ਆਪਣੀ ਵਡਿਆਈ ਨੂੰ ਇੱਕ ਤਾਂ ਆਪ ਜਾਣਦਾ ਹੈ ਤੇ ਦੂਜਾ ਸੂਰਮਾ ਗੁਰੂ ਹੈ ਜਿਹੜਾ ਉਹ ਜਾਣਦਾ ਹੈ, ਇਹ ਦੋ ਜਾਣਦੇ ਨੇ। ਹੁਣ ਇੱਥੇ ਗੁਰੂ ਜੀ ਨੇ ਪਹਿਲੀ ਤੁਕ ਦੇ ਵਿੱਚ ਜੋ ਸਾਨੂੰ ਦੱਸਿਆ ਨਾ, ਤਾਂ ਕਿ ਕੀਮਤ ਨਾ ਪਵੇ ਜੇ ਲੋਚੈ ਕੋਈ। ਹੁਣ ਜੇ ਲੋਚੇ ਦਾ ਅਰਥ ਹੈ ਆਮ ਲੋਕ ਜਿਤਨੇ ਵੀ ਹੈਗੇ ਨੇ ਇਹ ਸਾਰੇ ਆ ਗਏ ਹਾਂ ਅਸੀਂ। ਜੇ ਲੋਚੇ ਕੋਈ ਕਿਤਨਾ ਮਰਜ਼ੀ ਮਨ ਦੇ ਵਿੱਚ ਇੱਛਾ ਧਾਰਨ ਕਰੇ, ਪਰ ਉਸ ਦੀ ਵਡਿਆਈ ਜਿਹੜੀ ਹੈ, ਕੀਮਤ ਹੈ, ਉਹ ਕਿਸੇ ਤੋਂ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਤੇ ਅਗਲੀ ਤੁਕ ਦੇ ਵਿੱਚ ਸਾਨੂੰ ਦੱਸਦੇ ਨੇ ਪ੍ਰਾਪਤ ਕੀਤੀ ਜਾ ਸਕਦੀ ਕਿਵੇਂ। ਕੀਮਤ ਸੋ ਪਾਵੈ, ਉਹਦੀ ਕੀਮਤ ਨੂੰ ਉਹ ਪਾ ਸਕਦਾ ਹੈ। ਆਪ ਜਨਾਵੈ, ਜਿਸ ਨੂੰ ਆਪ ਉਹ ਕਿਰਪਾ ਕਰਕੇ ਸਮਝ ਦੇ ਦੇਵੇ। ਜਨਾਵੇ ਦਾ ਅਰਥ ਹੁੰਦਾ ਜਨਾਉਣਾ, ਸਮਝ ਦੇ ਦੇਣੀ। ਆਪਾਂ ਹਰ ਰੋਜ਼ ਰਹਿਰਾਸ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਉਹਦੇ ਅੰਦਰ ਪਾਵਨ ਸ਼ਬਦ ਹੁੰਦਾ ਹੈ, ਜਿਸ ਨੂੰ ਤੂੰ ਜਾਣਾ ਇਹ ਸੋਈ ਜਨ ਜਾਣੈ। ਜਾਣਾ ਇਹ ਦਾ ਅਰਥ ਹੁੰਦਾ ਹੈ ਜਿਸ ਨੂੰ ਤੂੰ ਕਿਰਪਾ ਕਰਕੇ ਨਾ ਆਪਣੀ ਸੋਝੀ, ਆਪਣਾ ਗਿਆਨ ਦੇ ਦੇਣਾ। ਇੱਥੇ ਨਾ ਮੈਂ ਜ਼ਰੂਰ ਦੱਸਾਂਗਾ, ਕਈ ਵਾਰੀ ਸਾਡੇ ਮੂੰਹ ਦੇ ਵਿੱਚੋਂ ਅਚਨਚੇਤਾ ਮੇਰੇ ਤੋਂ ਵੀ ਕਈ ਗਲਤੀਆਂ ਹੋ ਜਾਂਦੀਆਂ ਨੇ। ਜਨਾਹੇ ਪਾਠ ਕਰਦੇ ਨੇ, ਉੱਥੇ ਈੜੀ ਛੱਡ ਜਾਂਦੇ ਆ, ਫਿਰ ਜੱਜਾ ਨਾਣਾ ਇਹਨਾਂ ਦੋਵਾਂ ਨੂੰ ਕੰਨੇ ਨੇ, ਈੜੀ ਨੂੰ ਸਿਹਾਰੀ ਹੈ, ਅੱਗੇ ਹਾਹਰ। ਜਿਸ ਨੂੰ ਤੂੰ ਜਾਣਾ ਇਹ ਬੋਲਣਾ, ਇਹਨੂੰ ਜਾਣਾ ਇਹ
ਸੋ ਹੀ ਜਨ ਜਾਣੇ। ਸੋ ਗੁਰੂ ਜੀ ਨੇ ਇੱਥੇ ਵੀ ਰਹਿਮਤ ਕੀਤੀ, ਜਨਾਬ ਹੈ ਜਿਸ ਤੇ ਤੂੰ ਕਿਰਪਾ ਕਰ ਦਿੰਦਾ, ਜਿਸ ਨੂੰ ਤੂੰ ਸੋਝੀ ਦੇ ਦਿੰਦਾ ਨਾ, ਉਹ ਤੇਰੀ ਕੀਮਤ ਨੂੰ ਪਾ ਲੈਂਦਾ। ਕੀਮਤ ਸੋ ਪਾਵੇ ਆਪ ਜਾਣ ਆਵੇ, ਜਿਸ ਨੂੰ ਤੂੰ ਜਨਾ ਦਿੰਦਾ, ਸੋਝੀ ਦੇ ਦਿੰਦਾ, ਉਹ ਤੇਰੀ ਕੀਮਤ ਪਾ ਦਿੰਦਾ ਹੈ। ਆਪ ਅਭੁੱਲ ਨਾ ਭੁੱਲੇ। ਹੁਣ ਕਿਤੇ ਸਾਡੇ ਮਨ ਦੇ ਵਿੱਚ ਇਹ ਖਿਆਲ ਨਾ ਆ ਜਾਵੇ ਵੀ ਮੈਂ ਹਰ ਰੋਜ਼ ਪਾਠ ਕਰਦਾ, ਹਰ ਰੋਜ਼ ਸਿਮਰਨ ਕਰਦਾ, ਹਰ ਰੋਜ਼ ਸੇਵਾ ਕਰਦਾ, ਕਿਤੇ ਰੱਬ ਮੈਨੂੰ ਭੁੱਲ ਤਾਂ ਨਹੀਂ ਗਿਆ। ਇਹ ਗਲਤੀ ਅਸੀਂ ਕਰਦੇ ਹਾਂ, ਸਾਰੇ ਕਰਦੇ ਹਾਂ, ਮੈਂ ਵੀ ਕਰਦਾ, ਆਪਾਂ ਸਾਰੇ ਇੱਕੋ ਜਿਹੇ ਹਾਂ। ਆਪ ਅਭੁੱਲ ਨਾ ਭੁੱਲੇ, ਉਹ ਭੁੱਲਦਾ ਨਹੀਂ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਅੰਦਰ ਕਿਰਪਾ ਕੀਤੀ ਹੈ ਬਈ ਗੁਰਸਿੱਖ ਹੈ ਨਾ ਜਿਹੜਾ, ਏਕ ਪੈਂਡਾ ਚੱਲ ਆਵੇ। ਜੇ ਇੱਕ ਕਦਮ ਚੱਲ ਕੇ ਆਉਂਦਾ ਨਾ ਤੇ ਗੁਰੂ 10 ਪੈਂਡਾ ਆਗੇ ਹੋਏ ਲੇਤ ਹੈ। ਗੁਰੂ 10 ਕਦਮਾਂ ਅੱਗੇ ਹੋ ਕੇ ਉਸ ਗੁਰਸਿੱਖ ਨੂੰ ਲੈਂਦਾ। ਵੇਖੋ ਗੁਰਸਿੱਖ ਨੇ ਇੱਕ ਕਦਮ ਤੁਰਿਆ ਹੈ ਤੇ ਗੁਰੂ ਕਿੰਨੀਆਂ ਕਦਮਾਂ ਉਹਨੂੰ ਅੱਗੋਂ ਸਤਿਕਾਰਨ ਦੇ ਲਈ ਗਿਆ? 10 ਕਦਮਾਂ। ਫਿਰ ਉਹ ਕਿਵੇਂ ਭੁੱਲੇਗਾ ਸਾਡੀ ਸੇਵਾ ਕੀਤੀ ਨੂੰ, ਸਾਡੇ ਸਿਮਰਨ ਕੀਤੇ ਨੂੰ? ਪਰ ਸੇਵਾ ਤੇ ਸਿਮਰਨ ਹੈ ਜਿਹੜਾ, ਉਹ ਗੁਰੂ ਮਹਾਰਾਜ ਜੀ ਨੇ ਸਾਨੂੰ ਦੱਸ ਦਿੱਤਾ ਹੈ, ਜੇ ਕੋ ਕਰੇ ਚਿੱਤ ਲਾਏ। ਚਿੱਤ ਲਾ ਕੇ ਕਰਨਾ। ਇਹ ਨਹੀਂ ਵੀ ਇੱਧਰ ਅਸੀਂ ਸੇਵਾ ਕਰਦੇ ਹਾਂ ਤੇ ਚਿੱਤ ਸਾਡਾ ਕਿਤੇ ਹੋਰ ਹੀ ਲੱਗਿਆ ਹੈ। ਚਿੱਤ ਜਿਹੜਾ ਇਹ ਕਿਤੇ ਹੋਰ ਹੀ ਲੱਗਿਆ, ਹੱਥ ਤੇ ਪੈਰ ਕੰਮ ਕਰੀ ਜਾਂਦੇ ਨੇ, ਚਿੱਤ ਜਿਹੜਾ ਉਹ ਗੁਰੂ ਦੇ ਨਾਲ ਨਹੀਂ ਜੁੜਿਆ, ਉਹ ਕਿਤੇ ਹੋਰ ਹੀ ਲੱਗਿਆ, ਤੇ ਫਿਰ ਉਹ ਸੇਵਾ ਸਫਲ ਨਹੀਂ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੈ ਚਿੱਤ ਲਾਏ। ਜਿਹੜਾ ਸੇਵਾ ਦੇ ਵਿੱਚ ਚਿੱਤ ਲਾ ਕੇ, ਗੁਰੂ ਦੇ ਚਰਨਾਂ ਦੇ ਵਿੱਚ ਚਿੱਤ ਲਾ ਕੇ ਸੇਵਾ ਕਰਦਾ, ਉਹਦੀ ਸਫਲ ਹੈ। ਹੁਣ ਗੁਰੂ ਜੀ ਨੇ ਇੱਥੇ ਰਹਿਮਤ ਕੀਤੀ ਹੈ, ਸਾਨੂੰ ਇਹ ਦੱਸਿਆ ਵੀ ਉਹਨੂੰ ਸਮਝ ਆ ਜਾਂਦੀ ਹੈ ਜਿਸ ਤੇ ਤੂੰ ਕਿਰਪਾ ਕਰਦਾ ਹੈ। ਤੇ ਅੱਗੇ ਸਾਨੂੰ ਇਹ ਦੱਸ ਦਿੱਤਾ ਵੀ ਨਾਮ ਜਪਣ ਵਾਲੇ, ਸਿਮਰਨ ਕਰਨ ਵਾਲੇ, ਬਾਣੀ ਪੜ੍ਹਨ ਵਾਲੇ, ਸੇਵਾ ਕਰਨ ਵਾਲੇ ਕਿਤੇ ਭੁਲੇਖੇ ਦੇ ਵਿੱਚ ਨਾ ਰਹਿ ਜਾਣ ਵੀ ਗੁਰੂ ਸਾਨੂੰ ਭੁੱਲ ਹੀ ਗਏ, ਕੰਮ ਕਰਵਾਈ ਜਾਂਦਾ ਤੇ ਅਕਲ ਕੋਈ ਆ ਨਹੀਂ ਰਹੀ। ਆਪ ਅਭੁੱਲ ਨਾ ਭੁੱਲੇ, ਉਹ ਭੁੱਲਦਾ ਨਹੀਂ। ਤੇ ਭੁੱਲ ਫਿਰ ਕਿੱਥੇ ਹੈ? ਸਾਡਾ ਚੇਤੇ ਨਹੀਂ ਗੁਰੂ ਚਰਨਾਂ ਦੇ ਵਿੱਚ, ਇੱਥੇ ਭੁੱਲ ਹੈ। ਕਰਦੇ ਜ਼ਰੂਰ ਹਾਂ ਪਰ ਸਾਡਾ ਚੇਤੇ ਜਿਹੜਾ ਭਾਈ ਉਹ ਗੁਰੂ ਚਰਨਾਂ ਦੇ ਵਿੱਚ ਨਹੀਂ, ਜਿਸ ਕਰਕੇ ਸਾਨੂੰ ਇਹ ਵਹਿਮ ਤੇ ਭੁਲੇਖਾ ਬਣਿਆ ਹੋਇਆ ਵੀ ਗੁਰੂ ਸਾਨੂੰ ਭੁੱਲਿਆ ਬੈਠਾ ਹੈ ਜੀ। ਜੈ ਜੈਕਾਰ ਕਰਹਿ ਤੁਧ ਭਾਵਹਿ, ਗੁਰ ਕੈ ਸ਼ਬਦ ਅਮੁੱਲੇ। ਅਮੁੱਲੇ ਦਾ ਅਰਥ ਹੁੰਦਾ ਜਿਹੜੇ ਮੁੱਲ ਨਹੀਂ ਖਰੀਦੇ ਜਾ ਸਕਦੇ। ਆ ਜਿਤਨੇ ਵੀ ਸ਼ਬਦ ਆਪਾਂ ਆ ਥੋੜੇ ਜਿਹੇ ਸਮੇਂ ਦੇ ਵਿੱਚ ਵਿਚਾਰਨ ਕੀਤੇ ਨੇ, ਕਿਤੋਂ ਖਰੀਦੇ ਨਹੀਂ ਮਿਲਣਗੇ। ਇਹ ਗੁਰੂ ਤੋਂ ਹੀ ਪ੍ਰਾਪਤ ਹੋਏ ਨੇ। ਗੁਰੂ ਦਾਤਾ ਹੈ ਨਾ, ਦਾਤਾਂ ਦਿੰਦਾ ਹੈ। ਅਮੁੱਲੇ ਦਾ ਅਰਥ ਹੈ ਮੁੱਲ ਨਾ ਲਏ ਜਾ ਸਕਣ ਵਾਲੇ, ਜਿਨ੍ਹਾਂ ਦਾ ਕੋਈ ਮੁੱਲ ਹੀ ਨਹੀਂ, ਜਿਨ੍ਹਾਂ ਦੀ ਕੋਈ ਕੀਮਤ ਹੀ ਨਹੀਂ। ਸੋ ਗੁਰੂ ਜੀ ਰਹਿਮਤ ਕਰਦੇ ਨੇ, ਗੁਰਸਿੱਖ ਦਾ ਕਰਮ ਹੈ ਗੁਰੂ ਦੀ ਜੈ ਜੈਕਾਰ ਕਰੇ, ਗੁਰੂ ਦੀ ਜੈ ਜੈਕਾਰ ਕਰੇ। ਇੱਥੇ ਮੈਂ ਇੱਕ ਗੱਲ ਜ਼ਰੂਰ ਆਖਾਂਗਾ, ਕਿਉਂਕਿ ਮੈਂ ਪ੍ਰਚਾਰਕ ਹਾਂ, ਮੇਰਾ ਕਰਮ ਹੈ ਪ੍ਰਚਾਰ ਕਰਨਾ, ਸਿੱਖਿਆ ਦੇਣੀ। ਗੁਰੂ ਮਹਾਰਾਜ ਜੀ ਨੇ ਮੈਨੂੰ ਇਹ ਡਿਊਟੀ ਲਾਈ ਹੈ। ਹੁਣ ਗੁਰੂ ਦੀ ਜੈ ਜੈਕਾਰ ਕਿਵੇਂ ਹੋਏਗੀ? ਜੇ ਗੁਰਸਿੱਖ ਚੜ੍ਹਦੀ ਕਲਾ ਦੇ ਵਿੱਚ ਹੋਏਗਾ, ਉੱਚੇ ਤੇ ਸੁੱਚੇ ਜੀਵਨ ਵਾਲਾ ਹੋਏਗਾ। ਮੇਰੇ ਤੇ ਲਾ ਲਓ, ਮੇਰੇ ਬਾਣਾ ਪਾਇਆ ਹੈ, 5 ਕਕਾਰਾਂ ਦਾ ਧਾਰਨੀ ਆ, ਗੁਰੂ ਮਹਾਰਾਜ ਜੀ ਦਾ ਚੋਲਾ ਬਾਣਾ ਵੀ ਪਾਇਆ ਹੈ, ਬਾਣੀ ਵੀ ਪੜ੍ਹਦਾ, ਆਪ ਸੰਗਤਾਂ ਦੇ ਨਾਲ ਵਿਚਾਰ ਵੀ ਕਰਦਾ। ਤੇ ਜੇ ਕਿਤੇ ਕੋਈ ਗਲਤੀ ਹੋ ਜਾਵੇ, ਸੱਚੇ ਸਤਿਗੁਰ ਕਿਰਪਾ ਕਰਨ, ਕਿਤੇ ਨਾ ਕਰਵਾਉਣ। ਜੇ ਕਿਤੇ ਮੇਰੇ ਤੋਂ ਕੋਈ ਉੱਕ ਚੁੱਕ ਹੋ ਜਾਵੇ, ਗਲਤੀ ਹੋ ਜਾਵੇ, ਤੇ ਚਲੋ ਆਪਣੇ ਗੁਰਸਿੱਖ ਜਿਹੜੇ ਨੇ ਉਹ ਤਾਂ ਗੁਰੂ ਦਾ ਸਤਿਕਾਰ ਕਰਦੇ ਨੇ, ਉਹ ਤਾਂ ਨਹੀਂ ਕਰਨਗੇ। ਤੇ ਆਮ ਨੇ ਜਿਹੜੇ ਹੋਰ ਧਰਮਾਂ ਦੇ, ਉਹ ਆਖਣਗੇ ਸਿੱਖ ਸਾਰੇ ਇਸ ਤਰ੍ਹਾਂ ਦੇ ਹੁੰਦੇ ਨੇ, ਗੁਰੂ ਮਹਾਰਾਜ ਜੀ ਦੇ ਸਿੱਖ ਹਾਂ ਅਸੀਂ, ਤੇ ਫਿਰ ਗੁਰੂ ਦੀ ਜੈ ਜੈਕਾਰ ਥੋੜ੍ਹੀ ਹੋਈਏ, ਆਪਾਂ ਗੁਰੂ ਦੀ ਜੈ ਜੈਕਾਰ ਕਰਾਈਏ। ਇੱਥੇ ਕੋਈ ਗੱਲ ਬਣ ਜੇ ਤੇ ਫਿਰ ਬਦਨਾਮੀ ਕਿਹਦੀ ਹੋਣੀ ਹੈ? ਗੁਰੂ ਘਰ ਦੀ ਹੋਣੀ ਹੈ, ਗੁਰੂ ਦੀ ਬਦਨਾਮੀ ਹੋਣੀ ਹੈ। ਆਪਾਂ ਫਿਰ ਜੈ ਜੈਕਾਰ ਥੋੜ੍ਹਾ ਕਰਾਈਏ। ਜੈ ਜੈਕਾਰ ਕਰੇ ਜਿਹੜਾ ਗੁਰਮੁਖ ਪਿਆਰਾ, ਗੁਰੂ ਦੀ ਵਡਿਆਈ ਕਰਵਾਉਂਦਾ ਹੈ ਤੇ ਗੁਰੂ ਦੀ ਵਡਿਆਈ ਦੇ ਨਾਲ ਜੁੜਿਆ ਰਹਿੰਦਾ ਹੈ, ਉਹ ਗੁਰੂ ਦੀ ਜੈ ਜੈਕਾਰ ਕਰਵਾਉਂਦਾ ਹੈ। ਜੈ ਜੈਕਾਰ ਕਰੇ ਤੁਧ ਭਾਵੇ, ਤੇ ਉਹੀ ਪਰਮਾਤਮਾ ਨੂੰ ਚੰਗਾ ਲੱਗਦਾ ਹੈ। ਤੁਧ ਭਾਵੇ, ਉਸ ਵਾਹਿਗੁਰੂ ਨੂੰ ਕਿਹੜਾ ਚੰਗਾ ਲੱਗਦਾ, ਕਿਹੜਾ ਪਾਉਂਦਾ? ਜੈ ਜੈਕਾਰ ਕਰੇ ਜਿਹੜਾ ਗੁਰੂ ਦੀ ਜੈ ਜੈਕਾਰ ਕਰਵਾਉਂਦਾ ਹੈ, ਉਹ ਗੁਰੂ ਨੂੰ ਚੰਗਾ ਲੱਗਦਾ ਹੈ। ਗੁਰ ਕੈ ਸ਼ਬਦ ਅਮੁੱਲੇ। ਵੇਖੋ ਇਹ ਗੁਰੂ ਦੇ ਸ਼ਬਦ ਨੇ, ਇਹ ਭਾਈ ਸਾਨੂੰ ਮੁੱਲ ਨਹੀਂ ਮਿਲਣਗੇ ਜੀ। ਹੀਣੋ ਨੀਚ ਕਰੋ ਬੇਨਤੀ,
ਸਾਜ ਨਾ ਛੋਡੋ ਭਾਈ। ਹੁਣ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਸਾਨੂੰ ਇਹ ਵੀ ਦੱਸਦੇ ਨੇ ਵੀ ਅਸੀਂ ਗੁਰੂ ਦੀ ਜੈ ਜੈਕਾਰ ਕਿਵੇਂ ਕਰਨੀ। ਇਕੱਲੀ ਮੂੰਹ ਦੇ ਨਾਲ ਜੇ ਅਸੀਂ ਜੈ ਜੈਕਾਰ ਕਰਾਂਗੇ ਤੇ ਉਹ ਜੈ ਜੈਕਾਰ ਨਹੀਂ ਹੈਗੀ। ਹੀਣੋ ਕਹਿੰਦੇ ਨੇ ਹੀਣਾ ਹੋ ਕੇ ਕਿਵੇਂ ਹੈ? ਇੱਕ ਰਾਜਾ ਹੈ, ਉਸ ਦੇ ਪਾਸ ਚੰਗੀ ਫੌਜ ਏ, ਚੰਗਾ ਧਨ ਦੌਲਤ ਏ, ਤੇ ਉਹ ਗੁਰੂ ਦਰ ਤੇ ਇਸ ਹੰਕਾਰ ਦੇ ਨਾਲ ਆਇਆ ਵੀ ਮੈਂ ਤਾਂ ਰਾਜਾ ਹਾਂ। ਜਿਵੇਂ ਸੰਤ ਮਹਾਂਪੁਰਸ਼ ਹੋਏ ਨੇ ਬਾਬਾ ਨੰਦ ਸਿੰਘ ਜੀ ਤੇ ਕੋਈ ਗੁਰਮੁਖ ਪਿਆਰਾ ਸੀ, ਉਹਨਾਂ ਸਮਿਆਂ ਦੇ ਵਿੱਚ ਉਹ 1 ਲੱਖ ਰੁਪਈਆ ਲੈ ਕੇ ਤੁਰਿਆ ਸੀ ਘਰੋਂ। ਤੇ ਜਦੋਂ 1 ਲੱਖ ਰੁਪਈਆ ਲੈ ਕੇ ਤੁਰਿਆ ਤੇ ਮਨ ਦੇ ਵਿੱਚ ਹੰਕਾਰ ਆ ਗਿਆ ਵੀ ਮੈਂ ਜਦੋਂ ਸੰਤ ਬਾਬਾ ਨੰਦ ਸਿੰਘ ਨੂੰ 1 ਲੱਖ ਰੁਪਈਆ ਦੇਵਾਂਗਾ ਨਾ ਤੇ ਉਹ ਤਾਂ ਮੈਨੂੰ ਜੱਫੀ ਪਾ ਕੇ ਮਿਲਣਗੇ। ਹੰਕਾਰ ਹੋ ਗਿਆ। ਤੇ ਜਦੋਂ ਨੇੜੇ ਆ ਗਿਆ ਨਾ, ਮਹਾਂਪੁਰਸ਼ ਬਾਬਾ ਨੰਦ ਸਿੰਘ ਜੀ ਸਰੋਵਰ ਦੀ ਸਭ ਤੋਂ ਆਖਰੀ ਪੌੜੀ ਦੇ ਵਿੱਚ ਗਏ ਚਲੇ, ਜਿੱਥੇ ਗਲ ਗਲ ਪਾਣੀ ਆਉਂਦਾ ਸੀ। ਕਹਿੰਦਾ ਸੰਤ ਜੀ ਬਾਹਰ ਆਓ, ਮੈਂ 1 ਲੱਖ ਰੁਪਈਆ ਲੈ ਕੇ ਆਇਆ। ਉਹ ਕਹਿੰਦੇ ਤੇਰੇ ਲੱਖ ਦੀ ਸਾਨੂੰ ਲੋੜ ਨਹੀਂ, ਅਸੀਂ ਤਾਂ ਗੁਰੂ ਦੇ ਸਰੋਵਰ 'ਚ ਇਸ਼ਨਾਨ ਕਰ ਰਹੇ ਹਾਂ। ਦਦਕਾਰਤਾ ਸੀ, ਚਲਾ ਕੇ ਮਾਰਿਆ ਸੀ, ਨਹੀਂ ਲੈਣਾ। ਉਦੋਂ ਤੋਂ ਫਿਰ ਨਾ ਤਾਂ ਵੇਚਦੇ ਨੇ ਬਾਬਾ ਨੰਦ ਸਿੰਘ ਦਾ, ਤੇ ਉਸ ਕਿਰਿਆ ਦੇ ਨਾਲ ਪਰੰਪਰਾ ਚੱਲ ਪਈ ਨਾਨਕਸਰ ਦੀ, ਪਤਾ ਨਹੀਂ ਕਿਵੇਂ ਚੱਲੀ, ਇਹ ਗੁਰੂ ਜਾਣਦਾ ਹੈ। ਹੁਣ ਉਹ ਬਾਬਾ ਨੰਦ ਸਿੰਘ ਜੀ ਦੀ ਰੀਸ ਹੀ ਕਰਦੇ ਨੇ, ਦਾਨ ਗੁਪਤ ਲੈ ਲੈਂਦੇ ਨੇ। ਜਿਹੜਾ ਹੰਕਾਰ ਤੋਂ ਖਾਲੀ ਹੋ ਜਾਵੇ, ਇੱਥੇ ਨਾ ਵਿਦਿਆ ਦਾ ਹੰਕਾਰ ਕਰਨਾ, ਨਾ ਧਨ ਦੌਲਤ ਦਾ, ਤੇ ਨਾ ਹੀ ਪਦਵੀ ਦਾ, ਇਹਨੂੰ ਹੀਣੋ ਆਖ ਦਿੰਦੇ ਨੇ। ਤਿੰਨੇ ਚਾਰੇ ਸਾਰੇ ਸਮਝ ਲਓ, ਹੰਕਾਰ ਹੈ ਤਾਂ ਉਹ ਹੀਣੋ ਨਹੀਂ, ਜੇ ਹੰਕਾਰ ਨਹੀਂ ਤੇ ਉਹ ਹੀਣੋ ਹੋ ਗਿਆ। ਹੀਣਾ ਹੋ ਕੇ, ਹੰਕਾਰ ਤੋਂ ਖਾਲੀ ਹੋ ਕੇ ਨੀਚ ਦਾ ਅਰਥ ਇਹ ਹੈ ਕਿ ਆਪਣੇ ਆਪ ਨੂੰ ਮਲੀਨ ਵੀ ਸਮਝਣਾ। ਇਹ ਨਹੀਂ ਸਮਝਣਾ ਮੈਂ ਬੜਾ ਪਵਿੱਤਰ ਹਾਂ। ਨੀਚ ਦਾ ਅਰਥ ਮਲੀਨ ਹੁੰਦਾ ਹੈ। ਹੀਣੋ ਨੀਚ, ਇੱਕ ਤਾਂ ਮਨ ਦੇ ਵਿੱਚ ਹੰਕਾਰ ਨਹੀਂ ਹੋਣਾ ਚਾਹੀਦਾ, ਤੇ ਦੂਜਾ ਮਨ ਦੇ ਵਿੱਚ ਇਹ ਨਹੀਂ ਹੋਣਾ ਚਾਹੀਦਾ ਵੀ ਮੇਰਾ ਮਨ ਬੜਾ ਪਵਿੱਤਰ ਹੈ ਜਾਂ ਮੈਂ ਬੜਾ ਪਵਿੱਤਰ ਹਾਂ। ਆਪਣੇ ਆਪ ਨੂੰ ਮਲੀਨ ਸਮਝਣਾ। ਗੁਰੂ ਮੈਂ ਤਾਂ ਲਿਬੜਿਆ ਹੋਇਆ ਤੇ ਧੋ ਮੈਨੂੰ ਸਾਫ਼ ਕਰੋ ਬੇਨੰਤੀ। ਇਸ ਤਰ੍ਹਾਂ ਬੇਨਤੀ ਕਰੋ। ਅਰਦਾਸ ਜਦੋਂ ਕਰਨੀ ਹੈ ਉਦੋਂ ਇਸ ਤਰ੍ਹਾਂ ਕਰਨੀ ਹੈ ਕਿ ਸਾਡੇ ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਹੰਕਾਰ ਨਾ ਹੋਵੇ, ਤੇ ਆਪਣੇ ਆਪ ਨੂੰ ਇਹ ਸਮਝਣਾ ਵੀ ਹੇ ਸੱਚੇ ਸਤਿਗੁਰ ਜੀ, ਮੈਂ ਪਾਪਾਂ ਦੇ ਨਾਲ ਲਿਬੜਿਆ ਹੋਇਆ, ਪਾਪਾਂ ਕਰਕੇ ਮੈਂ ਨੀਚ ਹਾਂ। ਸਾਚ ਨਾ ਛੋਡੋ ਭਾਈ, ਸੱਚ ਨਹੀਂ ਛੱਡਣਾ। ਸਾਚ ਨਾ ਛੋਡੋ ਭਾਈ, ਸੱਚ ਨਹੀਂ ਛੱਡਣਾ। ਹੁਣ ਸੱਚ ਕਿਵੇਂ ਨਹੀਂ ਛੱਡਣਾ? ਝੂਠ ਨਹੀਂ ਬੋਲਣਾ, ਚੋਰੀ ਯਾਰੀ ਨਹੀਂ ਕਰਨੀ, ਦਗਾ ਫਰੇਬ ਨਹੀਂ ਕਰਨਾ। ਜੇ ਇਹ ਕਰਨ ਲੱਗੇ ਤਾਂ ਫਿਰ ਸੱਚ ਛੱਡ ਦਿੱਤਾ ਹੈ। ਸਾਚ ਨਾ ਛੋਡੋ ਭਾਈ, ਹੇ ਗੁਰਮੁਖ ਪਿਆਰਿਓ, ਸੱਚ ਤੇ ਤੁਰਨਾ ਕਰੋ। ਸੱਚ ਦਾ ਮਾਰਗ ਗੁਰੂ ਜੀ ਨੇ ਸਾਨੂੰ ਦੱਸਿਆ, ਤੇ ਬੇਨਤੀ ਗੁਰੂ ਜੀ ਅੱਗੇ ਅਰਦਾਸ ਕਰਨੀ ਹੈ ਆਪਣੇ ਆਪ ਨੂੰ ਹੰਕਾਰ ਤੋਂ ਰਹਿਤ ਕਰਕੇ ਜੀ। ਨਾਨਕ ਜਿਨ ਕਰ ਦੇਖਿਆ ਦੇਵੈ ਮਤ ਸਾਈ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਜਿਨ ਕਰ ਦੇਖਿਆ। ਹੁਣ ਸਾਰਿਆਂ ਦੇ ਲਈ ਨਹੀਂ ਹੈਗਾ, ਜਿਨ੍ਹਾਂ ਨੇ ਇਸ ਮਾਰਗ ਤੇ ਤੁਰ ਕੇ ਉਸ ਪ੍ਰਭੂ ਪਰਮਾਤਮਾ ਦੇ ਦਰਸ਼ਨ ਕਰ ਲਏ ਨੇ ਨਾ। ਦੇਵੇ ਮਤ ਸਾਈ, ਉਹਨਾਂ ਨੂੰ ਮਤ ਤਾਂ ਸਾਈ ਨੇ ਦਿੱਤੀ ਏ, ਉਹ ਵਾਹਿਗੁਰੂ ਨੇ ਦਿੱਤੀ ਏ, ਪਰ ਪਤਾ ਉਹਨਾਂ ਨੂੰ ਹੈ। ਨਾਨਕ ਜਿਨ ਕਰ ਦੇਖਿਆ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਕੀਤਾ ਹੋਇਆ ਹੈ, ਸਾਜਿਆ ਹੋਇਆ ਹੈ, ਬਣਾਇਆ ਹੋਇਆ ਹੈ, ਉਸ ਨੇ ਆਪ ਹੀ ਫਿਰ ਸਾਨੂੰ ਵੇਖਣਾ ਹੈ। ਇਹ ਦੋਵੇਂ ਅਰਥ ਸਮਝਣੇ ਨੇ। ਜਿਨ ਕਰ ਦੇਖਿਆ, ਜਿਨ੍ਹਾਂ ਨੇ ਮਿਹਨਤ ਕਰਕੇ ਵੇਖ ਲਿਆ ਉਸ ਪ੍ਰਭੂ ਪਰਮਾਤਮਾ ਦੇ ਇਸ ਮਾਰਗ ਤੇ ਤੁਰ ਕੇ, ਜਿਨ੍ਹਾਂ ਨੇ ਵੇਖ ਲਿਆ। ਦੇਵੇ ਮਤ ਸਾਈ, ਉਹ ਫਿਰ ਕਹਿੰਦੇ ਨੇ ਹੇ ਸਾਈਂ, ਹੇ ਵਾਹਿਗੁਰੂ, ਤੂੰ ਹੀ ਸਾਨੂੰ ਮਤ ਦੇਣਾ ਹੈ। ਜਾਂ ਇਸ ਤਰ੍ਹਾਂ ਸਮਝ ਲਓ ਵੀ ਉਹ ਫਿਰ ਦੁਨੀਆ ਨੂੰ ਮਤ ਦਿੰਦੇ ਨੇ ਵੀ ਲੋਕਾਂ ਦਾ ਵੀ ਭਲਾ ਹੋ ਜੇ। ਜਿਨ ਕਰ ਦੇਖਿਆ ਦੇਵੇ ਮਤ ਸਾਈ, ਜਿਨ੍ਹਾਂ ਨੇ ਇਹ ਕਰਕੇ ਵੇਖ ਲਿਆ, ਸੱਚ ਦੇ ਮਾਰਗ ਤੇ ਤੁਰ ਕੇ ਵੇਖ ਲਿਆ, ਉਹ ਫਿਰ ਦੂਜਿਆਂ ਨੂੰ ਮਤ ਦਿੰਦੇ ਨੇ। ਨਾਨਕ ਜਿਨ ਕਰ ਦੇਖਿਆ, ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਕੀਤਾ ਹੈ ਤੇ ਉਹਨੇ ਸਾਨੂੰ ਵੇਖਿਆ ਵੀ ਇਹ ਸੱਚ ਦੇ ਮਾਰਗ ਤੇ ਤੁਰਦਾ ਹੈ ਕਿ ਝੂਠ ਦੇ ਮਾਰਗ ਤੇ। ਦੇਵੇ ਮਤ ਸਾਈ, ਤੇ ਫਿਰ ਉਹੀ ਕਿਰਪਾ ਕਰਦਾ ਸੱਚ ਦੀ ਮਤ ਦੇ ਕੇ ਨਾ, ਸੱਚ ਦੇ ਮਾਰਗ ਤੇ ਸਾਨੂੰ ਤੋਰਦਾ ਹੈ। ਇਤਨੀ ਕੁ ਸੇਵਾ ਸੰਗਤ ਨੇ ਪ੍ਰਵਾਨ ਕਰਨੀ। ਸੱਚੇ ਸਤਿਗੁਰ ਰਹਿਮਤ ਕਰਨ, ਕਿਰਪਾ ਕਰਨ, ਆਪ ਸੰਗਤਾਂ ਦਾ ਸਰਵਣ ਕੀਤਾ ਸਫਲ ਹੋਵੇ। ਗੁਰੂ ਮਹਾਰਾਜ ਜੀ ਰਹਿਮਤ ਕਰਕੇ, ਕਿਰਪਾ ਕਰਕੇ, ਦਾਸਰਿਆਂ ਨੂੰ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਕੇ ਆਪਣੇ ਦਰ ਦੀ ਸੇਵਾ ਲੈਣੀ ਕਰਨ।
ਹੋਈਆਂ ਗਲਤੀਆਂ ਦੀ ਮਾਫੀ। ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਪਹਿ